TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਆਦਬ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਅੱਜ ਵਿਚਾਰੀਆਂ ਜਾਣ ਵਾਲੀਆਂ ਖਬਰਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂ। ਟਰੰਪ ਦੀ ਟਵਿੱਟਰ ਤੇ ਕਦੇ ਵੀ ਨਹੀਂ ਹੋਵੇਗੀ ਵਾਪਸੀ। ਸਰਕਾਰੀ ਵਿਭਾਗ ਵਿੱਚ ਗੋਲਮਾਲ, ਧੋਖਾਧੜੀ, ਬੁਲਟ ਮੋਟਰਸਾਈਕਲ ਬਣਾਇਆ ਫਾਇਰ ਬ੍ਰਿਗੇਡ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗੇਗੀ ਪ੍ਰੋਫੈਸਰ ਅਵਤਾਰ ਸਿੰਘ ਨਾਜ ਦੀ ਤਸਵੀਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰੋੜਾਂ ਦਾ ਘਪਲਾ ਬੇਪਰਦ। ਨੌਦੀਪ ਨੂੰ ਇੱਕ ਕੇਸ ਵਿੱਚ ਮਿਲੀ ਜ਼ਮਾਨਤ। ਦੀਪ ਸਿੱਧੂ ਤੋਂ ਬਾਅਦ ਲੱਖਾ ਸਿਧਾਣਾ ਅਤੇ ਜੁਗਰਾਜ ਦੀ ਭਾਲ ਵਿੱਚ ਲੱਗੀ ਪੁਲਿਸ। ਜਗਰਾਓਂ ਮਹਾ ਪੰਚਾਇਤ ਵਿੱਚ ਰਾਜੇਵਾਲ ਨੇ ਕਿਹਾ ਨੋ ਪ੍ਰਪੋਜ਼ਲ, ਸਿਰਫ ਕਾਨੂੰਨ ਕਰੋ ਰੱਦ। ਨਵਰੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਭੇਜਿਆ ਨੋਟਿਸ। ਅਤੇ ਕਿਸਾਨੀ ਧਰਨੇ ਵਿੱਚ ਲੰਗਰ ਪਾਣੀ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਦੀ ਹੋਈ ਮੌਤ। ਦੋਸਤੋ, ਆਹ ਕੁਝ ਖਬਰਾਂ ਨੇ। ਇਸ ਤੋਂ ਇਲਾਵਾ ਕੁਝ ਹੋਰ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਾਂਗਾ। ਉਸ ਤੋਂ ਪਹਿਲਾਂ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ, ਤਾਂ ਕਿ ਰੋਜ਼ਾਨਾ ਦੀ ਆਪਣੀ ਮੁਲਾਕਾਤ ਲਾਈਵ ਪ੍ਰੋਗਰਾਮ ਵਿੱਚ ਵੀ ਅਤੇ ਜਦੋਂ ਇਹ ਪ੍ਰੋਗਰਾਮ ਅਪਲੋਡ ਕੀਤਾ ਜਾਂਦਾ ਉਸ ਦੀ ਸਮੇਂ ਸਿਰ ਤੁਹਾਡੇ ਕੋਲ ਜਾਣਕਾਰੀ ਪੁੱਜ ਸਕੇ। ਆਓ ਸਭ ਤੋਂ ਪਹਿਲਾਂ ਅਮਰੀਕਾ ਵਾਲੇ ਪਾਸਿਓਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਤੁਹਾਨੂੰ ਯਾਦ ਹੋਣਾ ਹੈ ਕਿ ਅਮਰੀਕਾ ਦੇ ਹੁਣ ਜਿਹੜੇ ਸਾਬਕਾ ਰਾਸ਼ਟਰਪਤੀ ਨੇ ਡੋਨਲਡ ਟਰੰਪ, ਜਦੋਂ ਕੈਪੀਟਲ ਹਿੱਲ ਤੇ ਹਿੰਸਾ ਹੋਈ ਉਹਦੇ ਤੋਂ ਬਾਅਦ ਸੋਸ਼ਲ ਮੀਡੀਆ ਇੱਕ ਨੇ ਨਹੀਂ, ਉਹਨਾਂ ਵਿੱਚ ਟਵਿੱਟਰ ਵੀ ਹੈ, ਉਹਨਾਂ ਵਿੱਚ ਫੇਸਬੁੱਕ ਵੀ ਹੈ, ਉਹਨਾਂ ਵਿੱਚ ਇੰਸਟਾਗ੍ਰਾਮ ਵੀ ਹੈ, ਉਹਨਾਂ ਵਿੱਚ ਸਨੈਪਚੈਟ ਵੀ ਹੈ ਤੇ ਲਗਭਗ ਹਰ ਇੱਕ ਥਾਂ ਤੋਂ ਰਾਸ਼ਟਰਪਤੀ ਟਰੰਪ ਨੂੰ ਬੈਨ ਕਰ ਦਿੱਤਾ ਗਿਆ ਸੀ। ਚਰਚਾਵਾਂ ਸਨ ਕਿ ਸ਼ਾਇਦ ਦੁਬਾਰਾ ਉਹਨਾਂ ਦੀ ਵਾਪਸੀ ਹੋ ਜਾਏਗੀ, ਪਰ ਟਵਿੱਟਰ ਦੇ ਜਿਹੜੇ ਵਿੱਤੀ ਮੁਖੀ ਨੇ, ਜਿਹਨੂੰ CFO ਨੇਡ ਸੇਗਲ ਨੇ ਕਿਹਾ ਕਿ ਡੋਨਲਡ ਟਰੰਪ ਜਿਹੜੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ, ਟਵਿੱਟਰ ਤੇ ਉਹਦੇ ਕਦੇ ਵਾਪਸੀ ਦੀ ਆਗਿਆ ਅਸੀਂ ਨਹੀਂ ਦੇਵਾਂਗੇ। ਅਸਲ ਦੇ ਵਿੱਚ ਇੱਕ ਮੁਲਾਕਾਤ ਇੱਕ ਵੱਡੇ ਅਮਰੀਕਾ ਦੇ TV ਚੈਨਲ ਦੇ ਨਾਲ ਉਹ ਕਰ ਰਹੇ ਸਨ ਤੇ ਉਹਨਾਂ ਨੂੰ ਇਹ ਸਵਾਲ ਪੁੱਛ ਲਿਆ ਕਿ ਸਾਬਕਾ ਰਾਸ਼ਟਰਪਤੀ ਦੀ ਮੁਅੱਤਲੀ ਹੈ ਟਵਿੱਟਰ ਦੇ ਉੱਤੋਂ, ਕਦੋਂ ਤੱਕ ਵਾਪਸੀ ਹੋ ਜਾਏਗੀ। ਉਹਨਾਂ ਕਿਹਾ ਕਿ ਜਦੋਂ ਤੱਕ ਤੁਹਾਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਜਾਂਦਾ, ਜਦੋਂ ਉਹਦੇ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਦੁਬਾਰਾ ਵਾਪਸੀ ਹੋ ਜਾਏ, ਕਹਿੰਦੇ ਨਹੀਂ, ਪਲੇਟਫਾਰਮ ਤੋਂ ਹਟਾਉਣ ਦਾ ਭਾਵ ਤੁਸੀਂ ਪੱਕੇ ਤੌਰ ਤੇ ਹਟਾ ਦਿੱਤੇ ਗਏ, ਭਾਵੇਂ ਤੁਸੀਂ ਟਿੱਪਣੀਕਾਰ ਹੋ, ਭਾਵੇਂ ਕਹਿੰਦਾ ਮੈਂ CFO ਹਾਂ, ਕੋਈ ਸਾਬਕਾ ਲੀਡਰ ਹੋਵੇ, ਕੋਈ ਵਰਤਮਾਨ ਲੀਡਰ ਹੋਵੇ, ਕੋਈ ਰਾਸ਼ਟਰਪਤੀ ਹੋਵੇ, ਕੋਈ ਪ੍ਰਧਾਨ ਮੰਤਰੀ ਹੋਵੇ, ਹਟਾ ਦਿੱਤਾ ਗਿਆ, ਬੈਨ ਕਰ ਦਿੱਤਾ ਗਿਆ ਤਾਂ ਮਤਲਬ ਬੈਨ ਕਰ ਦਿੱਤਾ ਗਿਆ। ਟਵਿੱਟਰ ਦੇ CFO ਨੇਡ ਸੇਗਲ CNBC ਅਮਰੀਕਾ ਦਾ ਇੱਕ ਵੱਡਾ ਚੈਨਲ ਹੈ, ਉਸ ਚੈਨਲ ਦੇ ਉੱਤੇ ਇੱਕ ਮੁਲਾਕਾਤ ਕਰ ਰਹੇ ਸਨ ਤੇ ਉੱਥੇ ਪਾਰਦਰਸ਼ਤਾ ਦੀ ਗੱਲ ਕਰ ਰਹੇ ਸਨ ਕਿ ਲੋਕਾਂ ਦਾ ਵਿਸ਼ਵਾਸ ਕਿਵੇਂ ਬਹਾਲ ਕੀਤਾ ਜਾਵੇ। ਉਹ ਕਹਿੰਦੇ ਅਸੀਂ ਸਮਝਦੇ ਹਾਂ ਕਿ ਅਸੀਂ ਪਾਰਦਰਸ਼ਤਾ ਦਿਖਾਉਣ ਦੇ ਵਿੱਚ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ। ਕਹਿੰਦੇ 6 ਜਨਵਰੀ ਨੂੰ ਅਮਰੀਕਾ ਦੇ ਵਿੱਚ ਕੈਪੀਟਲ ਹਿੱਲ ਤੇ, ਜਿਸ ਨੂੰ ਸੰਸਦ ਭਵਨ ਆਖ ਸਕਦੇ ਹਾਂ, ਉਸ ਤੇ ਜਦੋਂ ਹਮਲਾ ਹੋਇਆ ਉਹਦੇ ਤੋਂ ਬਾਅਦ ਇਹ ਪਾਬੰਦੀ ਸਥਾਈ ਤੌਰ ਤੇ ਅਸੀਂ ਲਾਈ ਹੈ। ਉਹਨਾਂ ਨੇ ਨਾਲ ਹੀ ਕਿਹਾ ਕਿ ਟਵਿੱਟਰ ਨੇ ਉਹਨਾਂ ਦੇ ਕੁਝ ਵੱਡੇ ਪ੍ਰੋਫਾਈਲ ਸਮਰਥਕਾਂ ਦੇ ਸਮੇਤ ਜਿਹੜੀਆਂ ਗਲਤ ਸੂਚਨਾਵਾਂ ਸ਼ੇਅਰ ਕਰ ਰਹੇ ਸਨ, ਇੱਕ ਨਹੀਂ, ਦੋ ਨਹੀਂ, 20 ਨਹੀਂ, 30 ਨਹੀਂ, 20,000 ਨਹੀਂ, 50,000 ਨਹੀਂ, ਉਹ ਕਹਿੰਦੇ 70,000 ਤੋਂ ਵੱਧ ਖਾਤਿਆਂ ਤੇ ਅਸੀਂ ਪਾਬੰਦੀ ਲਗਾਈ ਹੈ। ਤੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਇਸੇ ਹਫ਼ਤੇ ਆਪਣੇ ਦੂਸਰੇ ਮਹਾਦੋਸ਼ ਦੇ ਮੁਕੱਦਮੇ ਦਾ ਵੀ ਸਾਹਮਣਾ ਕੀਤਾ ਹੈ। ਉਹਨਾਂ ਦੇ ਖਿਲਾਫ ਕਈ ਸੰਸਥਾ ਨੇ ਲਗਾਤਾਰ ਆਪਣੀਆਂ ਸਖਤ ਟਿੱਪਣੀਆਂ ਦਿੱਤੀਆਂ ਨੇ ਅਤੇ ਸੈਨੇਟ ਨੂੰ ਬੇਨਤੀ ਕੀਤੀ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਸਜ਼ਾ ਦਿੱਤੀ ਜਾਵੇ, ਭਾਵੇਂ ਕਿ ਉਹਨਾਂ ਦੇ ਵਕੀਲ ਨੇ ਟਰੰਪ ਦਾ ਪੱਖ ਰੱਖਦੇ ਹੋਏ ਟਰੰਪ ਨੂੰ ਹਿੰਸਾ ਤੋਂ ਵੱਖਰਾ ਦੱਸਿਆ। ਪਰ ਦੂਸਰੇ ਪਾਸੇ ਇੰਡੀਆ ਸਰਕਾਰ ਤੇ ਇਸ ਵਕਤ ਜਿਹੜੀ ਟਵਿੱਟਰ ਆ ਉਸ ਦੀ ਖਹਿਬਾਜ਼ੀ ਚੱਲ ਰਹੀ ਹੈ। ਜਿਹੜੇ ਇੰਡੀਆ ਦੇ ਸੰਬੰਧਿਤ ਮੰਤਰਾਲੇ ਦੇ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਜੇਕਰ ਇੰਡੀਆ ਦੇ ਵਿੱਚ ਟਵਿੱਟਰ ਨੇ ਵਪਾਰ ਕਰਨਾ ਹੈ, ਕਾਰੋਬਾਰ ਕਰਨਾ ਹੈ, ਬਿਜ਼ਨਸ ਕਰਨਾ ਹੈ ਤਾਂ ਫਰੀਡਮ ਆਫ ਸਪੀਚ ਦੇ ਹੇਠ ਇਹ ਨਹੀਂ ਕਿ ਉਹ ਗਲਤ ਸੂਚਨਾਵਾਂ ਵਾਲੇ ਟਵਿੱਟਰ ਅਕਾਊਂਟ ਨੇ ਜਿਹੜੇ ਉਹਨਾਂ ਨੂੰ ਜਾਰੀ ਰੱਖੇ। ਇਸ ਕਰਕੇ ਅਸੀਂ 1178 ਟਵਿੱਟਰ ਅਕਾਊਂਟ ਆਖਿਰ ਇਹ ਬੰਦ ਕੀਤੇ ਜਾਣ। ਹਾਲਾਂਕਿ ਟਵਿੱਟਰ ਨੇ ਕਿਹਾ ਕਿ ਅਸੀਂ ਇਹਨਾਂ ਵਿੱਚੋਂ 500 ਦੇ ਉੱਤੇ ਕਾਰਵਾਈ ਕਰ ਦਿੱਤੀ ਹੈ। ਦੂਸਰੇ ਪਾਸੇ ਟਵਿੱਟਰ ਦਾ ਕਹਿਣਾ ਹੈ ਕਿ ਇਹ ਨਹੀਂ ਹੋ ਸਕਦਾ ਕਿ ਜਿਹੜੇ ਟਵਿੱਟਰ ਅਕਾਊਂਟ ਤੁਸੀਂ ਸਾਨੂੰ ਆਖੀ ਜਾਵੋ ਉਹ ਅਸੀਂ ਬੰਦ ਕਰੀ ਜਾਈਏ
ਅਸੀਂ ਜਾਂਚ ਪੜਤਾਲ ਕਰਕੇ 500 ਉਹਦੇ ਨਿਸ਼ਾਨਦੇਹੀ ਕਰ ਲਈ ਹੈ। ਬਾਕੀਆਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀ ਕੋਈ ਸਮੱਗਰੀ ਮਿਲੀ ਨਹੀਂ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ ਗੌਰਮੈਂਟ ਅਤੇ ਟਵਿੱਟਰ ਦੀ ਇਹ ਜੰਗ ਹੋਰ ਰੂਪ ਧਾਰਨ ਕਰ ਸਕਦੀ ਹੈ। ਅਗਲੀ ਜਿਹੜੀ ਖਬਰ ਹੈ, ਸਰਕਾਰੀ ਅਦਾਰਿਆਂ ਦੇ ਵਿੱਚ ਧੋਖਾਧੜੀ ਕਿਵੇਂ ਹੁੰਦੀ ਹੈ, ਗੋਲਮਾਲ ਸਾਰਾ ਕੁਝ ਕਿਵੇਂ ਹੈ, ਸਰਕਾਰ ਦੀ ਕਾਰਗੁਜ਼ਾਰੀ ਅਸਲ ਦੇ ਵਿੱਚ ਕਈ ਵਾਰੀ ਚਰਚਾ 'ਚ ਰਹਿੰਦੀ ਆ ਵੀ ਇਸੇ ਤਰ੍ਹਾਂ ਦੀ ਇੱਕ ਖਬਰ ਹੈ। ਜਾਣਕਾਰੀ ਮਿਲੀ ਹੈ ਕਿ ਸਰਕਾਰੀ ਵਿਭਾਗ ਦੇ ਵਿੱਚ RTA ਦੇ ਸਾਹਮਣੇ ਇੱਕ ਨਵਾਂ ਜਿਹਾ ਹੀ ਮਾਮਲਾ ਸਾਹਮਣੇ ਆ ਗਿਆ। ਉਸ ਮਾਮਲੇ ਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਹੈ, 350 ਸੀਸੀ ਜਿਹੜਾ ਆਮ ਬੁਲਟ ਮੋਟਰਸਾਈਕਲ ਹੈ, ਉਹਨੂੰ 6000 ਸੀਸੀ ਦੀ ਫਾਇਰ ਗੱਡੀ ਦੇ ਵਿੱਚ ਤਬਦੀਲ ਕੀਤਾ ਹੋਇਆ ਬਈ। ਪੇਪਰਾਂ ਦੇ ਵਿੱਚ ਇੰਝ ਹੈ, ਅਸਲ ਦੇ ਵਿੱਚ ਸੜਕ ਦੇ ਉੱਤੇ ਦੋਵੇਂ ਵਹੀਕਲ ਦੌੜ ਵੀ ਰਹੇ ਨੇ ਤੇ ਦੋਵਾਂ ਨੂੰ ਨੰਬਰ ਪਲੇਟਾਂ ਵੀ ਇੱਕੋ ਹੀ ਲੱਗੀਆਂ ਹੋਈਆਂ ਨੇ ਤੇ ਅੱਜ ਦੀਆਂ ਨਹੀਂ ਲੱਗੀਆਂ ਹੋਈਆਂ। ਕਈ ਵਰਿਆਂ ਤੋਂ ਇੱਕ ਬੁਲਟ ਮੋਟਰਸਾਈਕਲ ਨੂੰ ਤੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ, ਦੇਖੋ ਇੱਕ ਪ੍ਰਾਈਵੇਟ ਕਿਸੇ ਦਾ ਬੁਲਟ ਮੋਟਰਸਾਈਕਲ ਹੈ ਤੇ ਇੱਕ ਸਰਕਾਰੀ ਗੱਡੀ ਹੈ, ਦੋਵੇਂ ਹੀ ਇੱਕੋ ਨੰਬਰ ਤੇ ਚੱਲੀ ਜਾ ਰਹੀਆਂ ਨੇ। ਤੇ ਇਹ ਵੀ ਹੈਰਾਨੀ ਦੀ ਹੱਦ ਹੈ ਕਿ ਦੋਵਾਂ ਦੇ ਬੀਮੇ ਵੀ ਹੋਏ ਨੇ, ਇੰਸ਼ੋਰੈਂਸ ਵੀ ਹੋਈ ਹੈ। RTA ਦਫ਼ਤਰ ਤੇ ਟਾਟਾ ਕੰਪਨੀ ਦਾ ਰਿਕਾਰਡ ਵੀ ਆਪਸ ਦੇ ਵਿੱਚ ਕੋਈ ਮੇਲ ਨਹੀਂ ਖਾਂਦਾ। ਜਾਣਕਾਰੀ ਦੇ ਅਨੁਸਾਰ PV 65 AG 1284 ਅਜਿਹਾ ਨੰਬਰ ਹੈ ਜਿਸ ਤੇ ਸਰਕਾਰੀ ਫਾਇਰ ਬ੍ਰਿਗੇਡ ਦੇ ਉੱਤੇ ਵੀ ਇਸ ਪਟਿਆਲਾ ਸ਼ਹਿਰ ਦੀ ਇੱਕ ਗੱਡੀ ਦੇ ਉੱਤੇ ਪਲੇਟ ਲੱਗੀ ਹੋਈ ਹੈ। ਤੇ ਇਸੇ ਤਰੀਕੇ ਇੱਕ ਬੁਲਟ ਮੋਟਰਸਾਈਕਲ ਚੱਲ ਰਿਹਾ ਤੇ ਮੋਹਾਲੀ ਜ਼ਿਲ੍ਹੇ ਦਾ ਇੱਕ ਪਿੰਡ ਹੈ, ਉੱਥੇ ਦਾ ਇੱਕ ਆਮ ਬੰਦਾ ਇਸ ਮੋਟਰਸਾਈਕਲ ਨੂੰ ਵੀ ਚਲਾਈ ਜਾ ਰਿਹਾ ਹੈ। ਦੋਵਾਂ ਗੱਡੀਆਂ ਦੇ ਭਾਵ ਫਾਇਰ ਬ੍ਰਿਗੇਡ ਦੇ ਤੇ ਬੁਲਟ ਮੋਟਰਸਾਈਕਲ ਦੇ ਮਾਡਲ ਵੀ ਇੱਕ ਨਹੀਂ, 2 ਸਾਲਾਂ ਦਾ ਫਰਕ ਹੈ। ਇਹ ਵੀ ਨਹੀਂ ਕਿ ਦੋਵੇਂ ਹੀ ਇੱਕੋ ਤਰ੍ਹਾਂ ਦੇ ਜਾਂ ਦੋਨੇ ਬੁਲਟ ਮੋਟਰਸਾਈਕਲ ਹੋਣ ਜਾਂ ਦੋਵੇਂ ਹੀ ਉਹ ਸਰਕਾਰੀ ਗੱਡੀਆਂ ਸੇਮ ਹੋਣ। ਰਿਕਾਰਡ ਦੇ ਵਿੱਚ ਅਸਲ ਮਾਲਕਾਨਾ ਦਾ ਹੱਕ ਮੋਟਰਸਾਈਕਲ ਮਾਲਕ ਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਓਰੀਐਂਟਲ ਬੀਮਾ ਕੰਪਨੀ ਦੇ ਵੱਲੋਂ ਬੀਤੇ 3 ਵਰਿਆਂ ਤੋਂ ਫਰਜ਼ੀ ਨੰਬਰ ਤੇ ਚੱਲ ਰਹੀ ਫਾਇਰ ਬ੍ਰਿਗੇਡ ਦੀ ਚੈਸੀ ਨੰਬਰ ਬਗੈਰ ਟਰੇਸ ਕੀਤਿਆਂ ਬੀਮਾ ਵੀ ਕੀਤਾ ਜਾ ਰਿਹਾ ਹੈ। ਬੀਮਾ ਕੰਪਨੀ ਦੇ ਰਿਕਾਰਡ ਦੇ ਮੁਤਾਬਕ ਇਹ ਫਾਇਰ ਬ੍ਰਿਗੇਡ ਇੱਕ ਢੁਆਈ ਵਾਲੀ ਗੱਡੀ ਹੈ ਜਿਸ ਦੀ ਕੰਪਨੀ ਕੋਲ RC ਦਾ ਰਿਕਾਰਡ ਵੀ ਕੋਈ ਨਹੀਂ, ਫਿਰ ਵੀ ਬੀਮਾ ਹੋ ਰਿਹਾ, ਫਿਰ ਵੀ ਗੱਡੀ ਚੱਲ ਰਹੀ ਹੈ, ਫਿਰ ਵੀ ਨੰਬਰ ਪਲੇਟ ਲੱਗੀ ਹੋਈ ਹੈ। ਦੂਸਰੇ ਪਾਸੇ ਪਟਿਆਲਾ ਫਾਇਰ ਅਫਸਰ ਲక్ష్మణ ਦਾਸ ਦਾ ਕਹਿਣਾ ਹੈ ਕਿ ਨਵੀਆਂ ਕੁਝ ਗੱਡੀਆਂ ਖਰੀਦੀਆਂ ਸੀ, ਸ਼ਾਇਦ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਕੁਝ ਖਾਮੀਆਂ ਨੇ ਅਤੇ ਇਸ ਬਾਰੇ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਸੰਬੰਧਿਤ ਵਿਭਾਗ ਨੂੰ ਅਸੀਂ ਚਿੱਠੀ ਭੇਜ ਦਿੱਤੀ ਹੈ। ਤੇ ਇੱਕੋ ਹੀ ਨੰਬਰ ਤੇ 2 ਗੱਡੀਆਂ ਚੱਲਣ ਦੇ ਸੰਬੰਧੀ ਉਹਨਾਂ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਕਿ ਕੋਈ ਹੋਰ ਗੱਡੀ ਵੀ ਇਸ ਨੰਬਰ ਤੇ ਚੱਲ ਰਹੀ ਹੈ। ਹੁਣ ਬੀਮਾ ਕੰਪਨੀ ਦਾ ਰਿਕਾਰਡ ਕਿਵੇਂ ਬੋਲਦਾ? ਦੇਖੋ, ਪਹਿਲੀ ਗੱਲ ਉਹਦੇ 'ਚ ਇਹ ਕਿ ਓਪਨ ਬਾਡੀ ਢੁਆਈ ਵਾਲੀ ਡੀਜ਼ਲ ਗੱਡੀ ਕੱਚੀ RC ਦੇ ਮੁਤਾਬਕ ਤਾਮਿਲਨਾਡੂ RTO ਕੋਡ ਦਰਜ ਹੈ ਤੇ ਕੰਪਨੀ ਟਾਟਾ LPT 1613, ਇੰਜਣ ਨੰਬਰ ਵੀ ਲਿਖਿਆ ਹੋਇਆ ਹੈ, ਰੰਗ ਲਾਲ ਲਿਖਿਆ ਹੋਇਆ ਹੈ, ਮਾਡਲ 2018 ਲਿਖਿਆ ਹੋਇਆ ਹੈ ਤੇ ਇਸ ਗੱਡੀ ਦੀ ਮਾਲਕੀ ਦਾ ਹੱਕ ਸਥਾਨਕ ਸਰਕਾਰ ਪੰਜਾਬ ਕੋਲ ਹੈ। ਬੀਮਾ ਪਾਲਿਸੀ ਨੰਬਰ 1904 ਤੇ 20 ਅਗਸਤ 2020 ਤੋਂ ਫਿਰ 20 ਅਗਸਤ 2021 ਤੱਕ ਦੀ ਮਿਆਦ ਅਧੀਨ ਇਹ ਬੀਮਾ ਕਰਵਾਇਆ ਹੋਇਆ ਹੈ। ਕੋਈ ਪੱਕੀ RC ਹੈ ਨਹੀਂ, ਪੱਕੀ RC ਤੋਂ ਬਗੈਰ ਵੀ ਬੀਮਾ ਹੋ ਗਿਆ। ਪ੍ਰਦੂਸ਼ਣ ਇਸ ਗੱਡੀ ਦਾ ਹੋਇਆ ਨਹੀਂ ਹੋਇਆ। ਦਫ਼ਤਰ 35A ਪੰਜਾਬ ਮਿਊਨਿਸਪਲ ਭਵਨ ਚੰਡੀਗੜ੍ਹ ਲਿਖਿਆ ਹੋਇਆ, ਚੈਸੀ ਨੰਬਰ ਵੀ ਦਰਜ ਹੈ, ਇੰਜਣ ਨੰਬਰ ਵੀ ਦਰਜ ਹੈ ਤੇ ਇਹਦੇ ਉੱਤੇ ਬਾਕੀ ਗੱਲਾਂ ਸਾਰੀਆਂ ਗਾਇਬ ਨੇ। ਤੇ ਦੂਸਰੇ ਪਾਸੇ RTA ਮੋਹਾਲੀ ਦਾ ਰਿਕਾਰਡ ਬੋਲ ਰਿਹਾ ਹੈ ਕਿ ਬੁਲਟ 350 ਸੀਸੀ ਪੈਟਰੋਲ ਵਾਲਾ, ਸੇਮ ਨੰਬਰ ਪਲੇਟ ਵਾਲਾ, ਮਾਲਕ ਸੰਜੀਵ ਕੁਮਾਰ ਪੁੱਤਰ ਜਨਕਰਾਜ, ਪਿੰਡ ਚੋਲਤਾ ਖੁਰਦ, ਜ਼ਿਲ੍ਹਾ ਮੋਹਾਲੀ, ਰਾਇਲ ਐਨਫੀਲਡ ਸਟੈਂਡਰਡ, ਰੰਗ ਕਾਲਾ, ਮਾਡਲ 2016। ਬੀਮਾ ਪਾਲਿਸੀ ਵੀ ਹੈ 8 ਅਪ੍ਰੈਲ 2016 ਤੋਂ 7 ਅਪ੍ਰੈਲ 2017 ਤੱਕ ਦੀ ਮਿਆਦ। RC 7 ਅਪ੍ਰੈਲ 2031 ਤੱਕ ਇਸ ਦੀ ਵੈਲਿਡ ਹੈ। ਪ੍ਰਦੂਸ਼ਣ ਇਹਦਾ ਵੀ ਨਹੀਂ ਹੋਇਆ। ਦਫ਼ਤਰ 35A ਪੰਜਾਬ ਮਿਊਨਿਸਪਲ ਭਵਨ ਚੰਡੀਗੜ੍ਹ ਦੇ ਵਿੱਚ ਇਹ ਰਜਿਸਟਰਡ ਹੈ। ਚੈਸੀ ਨੰਬਰ ਵੀ ਹੈ, ਇੰਜਣ ਨੰਬਰ ਵੀ ਹੈ, ਸਾਰਾ ਕੁਝ ਦਰਜ ਕੀਤਾ ਹੋਇਆ ਹੈ। ਤੇ ਦੂਸਰੇ ਪਾਸੇ ਫਿਰ ਤਾਮਿਲਨਾਡੂ ਦੇ ਵਿੱਚ ਜਾ ਕੇ ਰਿਕਾਰਡ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਉਹ ਪਟਿਆਲੇ ਵਾਲੇ ਕਹਿੰਦੇ ਆ ਫਾਇਰ ਵਿਭਾਗ ਵਾਲੇ, ਤੇ ਇਹ ਪਤਾ ਤਾਂ ਲੱਗੇ ਸੱਚਮੁੱਚ ਉੱਥੋਂ ਹੀ ਆਈ ਹੈ। ਤਾਮਿਲਨਾਡੂ ਦੇ ਰਿਕਾਰਡ ਦੇ ਮੁਤਾਬਕ ਕੰਪਨੀ ਪਾਸਕੋ ਮੋਟਰਸ ਤਾਮਿਲਨਾਡੂ, ਜਿਸ ਤੋਂ ਇਸ ਫਾਇਰ ਬ੍ਰਿਗੇਡ ਵਾਲੀ ਗੱਡੀ ਨੂੰ ਬਣਵਾਇਆ ਗਿਆ, ਟਰੱਕ 3 ਜੂਨ 2018 ਨੂੰ ਬਿੱਲ ਨੰਬਰ ਵੀ ਪਾਇਆ ਹੋਇਆ, ਉਸ ਦੇ ਤਹਿਤ ਖਰੀਦਿਆ ਗਿਆ ਤੇ ਇਸ ਦਾ ਮਾਲਕਾਨਾ ਹੱਕ ਜੈਸਪਰ ਇੰਡਸਟਰੀਜ਼ ਕੋਲ ਹੈ ਅਤੇ ਕੰਪਨੀ ਦੇ ਰਿਕਾਰਡ ਦੇ ਵਿੱਚ ਇੱਕ ਫਰਜ਼ੀ ਮੋਬਾਈਲ ਨੰਬਰ ਦਰਜ ਕੀਤਾ ਹੋਇਆ ਹੈ। ਇੱਥੇ ਦੱਸਣਾ ਬਣਦਾ ਕਿ ਜਿਹੜਾ ਇਹ ਮੋਬਾਈਲ ਨੰਬਰ ਹੈ
ਇਹ ਇਸ ਟਰੱਕ ਨੂੰ ਖਰੀਦਣ ਤੋਂ ਬਾਅਦ ਕਦੇ ਸਰਵਿਸ ਦੇ ਵਿੱਚ ਆਇਆ ਹੀ ਨਹੀਂ ਅਤੇ ਕੰਪਨੀ ਨੂੰ ਸੂਚਨਾ ਵੀ ਨਹੀਂ ਕਿ ਇਸ ਗੱਡੀ ਨੂੰ ਅੱਗੇ ਲਿਜਾ ਕੇ ਫਾਇਰ ਬ੍ਰਿਗੇਡ ਵਾਲੀ ਗੱਡੀ ਬਣਾ ਕੇ ਵਰਤਿਆ ਜਾ ਰਿਹਾ। ਪਰ ਦੇਖੋ ਸਰਕਾਰ ਦੇ ਦਫ਼ਤਰ ਦੇ ਵਿੱਚ ਚੱਲ ਰਹੀ ਹੈ। ਆਪਣੇ ਆਪ ਦੇ ਵਿੱਚ ਕਿੱਡੀ ਵੱਡੀ ਧੋਖਾਧੜੀ ਹੈ। ਇਹ ਤਾਂ ਜਾਂਚ ਪੜਤਾਲ ਦੇ ਵਿੱਚ ਕਿਸੇ ਪ੍ਰਾਈਵੇਟ ਬੰਦੇ ਦੇ ਬੁਲਟ ਦੇ ਨੰਬਰ ਦੇ ਉੱਤੇ ਸਰਕਾਰੀ ਗੱਡੀ ਚੱਲ ਰਹੀ ਹੈ। ਸ਼ਾਇਦ ਜੇਕਰ ਇਸ ਤਰ੍ਹਾਂ ਹੋਰ ਜਾਂਚ ਪੜਤਾਲ ਕੀਤੀ ਜਾਵੇ, ਪਤਾ ਨਹੀਂ ਕਿੰਨੀਆਂ ਕੁ ਸਰਕਾਰੀ ਜਾਂ ਪ੍ਰਾਈਵੇਟ ਗੱਡੀਆਂ ਇਸ ਤਰ੍ਹਾਂ ਇੱਕੋ ਹੀ ਨੰਬਰ ਤੇ ਚੱਲਦੀਆਂ ਫਿਰਦੀਆਂ ਹੋਣਗੀਆਂ। ਸੋ ਜੇ ਇਹ ਗੋਲਮਾਲ ਨਹੀਂ, ਜੇ ਇਹ ਧੋਖਾਧੜੀ ਨਹੀਂ, ਤੇ ਫਿਰ ਹੋਰ ਕੀ ਹੈ। ਅਗਲੀ ਖਬਰ ਹੈ ਜਿਹੜੀ ਇਹ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਤੁਹਾਡੇ ਨਾਲ ਬੀਤੇ ਦਿਨੀ ਇੱਕ ਖਬਰ ਸਾਂਝੀ ਕੀਤੀ ਸੀ। 1 ਸਦੀ ਤੋਂ ਬਾਅਦ ਇੱਕ ਸ਼ਹੀਦ ਦੀ ਫੋਟੋ ਲੱਗਣ ਜਾ ਰਹੀ ਹੈ ਤੇ ਅੱਜ ਇੱਕ ਹੋਰ ਚੰਗੀ ਖਬਰ ਮਿਲੀ ਹੈ ਕਿ ਰਾਗੀ ਜਥਿਆਂ ਨੂੰ ਲਗਭਗ 40 ਸਾਲ ਤੱਕ ਕੀਰਤਨ ਦੀ ਸਿਖਲਾਈ ਦੇਣ ਵਾਲੇ ਪ੍ਰੋਫੈਸਰ ਅਵਤਾਰ ਸਿੰਘ ਨਾਜ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾ ਰਹੀ ਹੈ। ਇਸ ਦਾ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥਿਆਂ ਦੇ ਨਾਲ ਇੱਕ ਇਕੱਤਰਤਾ ਦੇ ਦੌਰਾਨ ਕੀਤਾ। ਅਸਲ ਦੇ ਵਿੱਚ ਰਾਗੀ ਜਥਿਆਂ ਨੇ ਇਸ ਦੀ ਮੰਗ ਕੀਤੀ ਸੀ। ਪ੍ਰੋਫੈਸਰ ਨਾਜ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਅੰਮ੍ਰਿਤਸਰ ਦੇ ਵਿਖੇ ਚੱਲਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਅੰਦਰ ਰਾਗੀ ਜਥਿਆਂ ਨੂੰ ਕੀਰਤਨ ਸਿਖਲਾਈ ਦਿੰਦੇ ਰਹੀ। ਉਹਨਾਂ ਕੋਲੋਂ ਕੌਮ ਦੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ, ਭਾਈ ਰਵਿੰਦਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਦੇ ਵਿੱਚ ਕੀਰਤਨੀ ਜਥਿਆਂ ਨੇ ਸਿਖਲਾਈ ਪ੍ਰਾਪਤ ਕੀਤੀ ਸੀ ਅਤੇ ਹੁਣ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਗਾਈ ਜਾ ਰਹੀ ਹੈ। ਅਗਲੀ ਖਬਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੀ ਸੰਬੰਧਿਤ ਹੈ। ਤੁਸੀਂ ਦੇਖੋ ਕਿ ਤੁਹਾਡਾ ਦਾਨ ਵਿੱਚ ਦਿੱਤਾ ਗੋਲਕਾਂ ਦੇ ਵਿੱਚ ਪਾਇਆ ਪੈਸਾ ਜਾ ਕਿੱਥੇ ਰਿਹਾ ਹੈ। ਕਈ ਵਾਰੀ ਜੇ ਕੋਈ ਬੰਦਾ ਕਵੇ ਕਿ ਬਈ ਕਿੰਤੂ ਪਰੰਤੂ ਇਸ ਚੀਜ਼ ਤੇ ਕਰਨਾ ਚਾਹੀਦਾ, ਕਹਿਣਗੇ ਨਹੀਂ ਯਾਰ, ਘੱਟੋ ਘੱਟ ਬਜ਼ੁਰਗ ਤਾਂ ਜ਼ਰੂਰ ਕਹਿਣਗੇ ਆਪਾਂ ਦਾਨ ਕਰ ਦਿੱਤਾ ਜਿੱਥੇ ਮਰਜ਼ੀ ਲਾਈ ਜਾਣ। ਦਾਨ ਕਰਕੇ ਨਹੀਂ ਕਹੀਦਾ ਕਿ ਕਿੱਥੇ ਲੱਗ ਰਿਹਾ। ਫਿਰ ਆਹ ਦਾਨ ਤੁਹਾਡਾ ਲੱਗ ਕਿੱਥੇ ਰਿਹਾ, ਖਬਰ ਤਸਦੀਕ ਕਰੂਗੀ। ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਨੇ, ਵਿਧਾਇਕ ਨੇ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਬਣਾਈ ਗਈ ਸਾਰਾਗੜੀ ਸਰਾਂ ਲਈ ਫਰਨੀਚਰ ਦੀ ਖਰੀਦ ਦੇ ਵਿੱਚ ਵੱਡੇ ਘਪਲੇ ਸਾਹਮਣੇ ਲਿਆਂਦੇ ਹੈ। ਚੰਡੀਗੜ੍ਹ ਦੇ ਵਿੱਚ ਇੱਕੋ ਪ੍ਰੈਸ ਮਿਲਣੀ ਕਰ ਰਹੇ ਸਨ। ਇਸ ਪ੍ਰੈਸ ਮਿਲਣੀ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਤਲਵੰਡੀ, SGPC ਦੇ ਕਾਰਜਕਾਰੀ ਮੈਂਬਰ ਮਿੱਠੂ ਸਿੰਘ ਕਾਨੇਕੇ, ਅਮਰੀਕ ਸਿੰਘ ਸ਼ਾਹਪੁਰ, ਸਾਬਕਾ SGPC ਮੈਂਬਰ ਹਰਬੰਸ ਸਿੰਘ ਮੰਝਪੁਰ ਨੇ ਇਹ ਖੁਲਾਸੇ ਕੀਤੇ ਹੈ ਕਿ ਸਾਰਾਗੜੀ ਸਰਾਂ ਦੇ 239 ਕਮਰਿਆਂ ਦੇ ਵਿੱਚ ਫਰਨੀਚਰ ਦੀ ਖਰੀਦੋ ਫਰੋਖਤ ਦੇ ਵਿੱਚ ਵੱਡਾ ਘਪਲਾ ਹੋਇਆ। ਉਹ ਕਹਿੰਦੇ ਜਿੱਥੇ ਮਾਰਕੀਟ ਰੇਟ ਦੇ ਵਿੱਚ ਇਹ ਫਰਨੀਚਰ ਸਿਰਫ ਪੌਣੇ 2 ਕਰੋੜ ਰੁਪਏ ਵਿੱਚ ਖਰੀਦਿਆ ਜਾ ਸਕਦਾ ਸੀ, ਉਹੀ ਫਰਨੀਚਰ ਚੀਨ ਦੀ ਵਰਨਿਕਾ ਓਵਰਸੀਜ਼ ਕੰਪਨੀ ਦੇ ਨਾਂ ਤੇ 5 ਕਰੋੜ ਤੇ 17 ਲੱਖ ਰੁਪਏ ਵਿੱਚ ਖਰੀਦਿਆ ਗਿਆ। ਦੁੱਗਣੇ ਤੋਂ ਜ਼ਿਆਦਾ ਭਾਅ ਤੇ ਖਰੀਦਿਆ ਗਿਆ। ਫਿਰ ਬੰਦਰਗਾਹ ਤੋਂ ਅੰਮ੍ਰਿਤਸਰ ਤੱਕ ਦੀ ਢੋਆ ਢੁਆਈ ਵਾਸਤੇ ਇਸ ਫਰਨੀਚਰ ਲਈ 19.5 ਲੱਖ ਰੁਪਏ ਦਿੱਤੇ ਗਏ। ਉਹਨਾਂ ਦੱਸਿਆ ਕਿ ਖਰੀਦ ਲਈ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਹਰਚਰਨ ਸਿੰਘ, ਰਜਿੰਦਰ ਸਿੰਘ ਮਹਿਤਾ ਅਤੇ ਰਘੂਜੀਤ ਸਿੰਘ ਵਿਰਕ ਦੀ 3 ਮੈਂਬਰੀ ਕਮੇਟੀ ਬਣਾਈ ਗਈ ਸੀ। ਪਰ ਕਮੇਟੀ ਦੀ ਮਨਜ਼ੂਰੀ ਤੋਂ ਬਗੈਰ ਹੀ ਫਰਨੀਚਰ ਖਰੀਦ ਲਿਆ ਗਿਆ। ਫਿਰ ਕਮੇਟੀ ਕਿਉਂ ਬਣਾਈ? ਅਤੇ 4 ਸਾਲ ਪਹਿਲਾਂ ਕੀਤੀ ਗਈ ਖਰੀਦ ਦੇ ਵਿੱਚ ਘਪਲਾ ਕਹਿੰਦੇ ਉਸ ਵਕਤ ਸਾਹਮਣੇ ਆਇਆ ਜਦੋਂ ਕੰਪਨੀ ਨੂੰ ਅਦਾਇਗੀ ਲਈ ਦਿੱਤੇ ਚੈੱਕ ਤੇ ਕਮੇਟੀ ਦੇ ਇੱਕ ਮੈਂਬਰ ਰਘੂਜੀਤ ਸਿੰਘ ਵਿਰਕ ਦੇ ਦਸਤਖਤ ਨਾ ਹੋਣ ਕਰਕੇ CA ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਕਿ ਇਹ ਅਦਾਇਗੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਫਿਰ ਇਹ ਮਸਲਾ ਕਾਰਜਕਾਰੀ ਕਮੇਟੀ ਦੇ ਸਾਹਮਣੇ ਆ ਗਿਆ। ਮਿੱਠੂ ਸਿੰਘ ਕਾਨੇਕੇ ਅਤੇ ਹੋਰ ਮੈਂਬਰਾਂ ਨੇ ਫਿਰ ਵਿਰੋਧ ਪ੍ਰਗਟਾਇਆ ਕਿ ਮਨਜ਼ੂਰੀ ਇਹਦੀ ਨਹੀਂ ਦਿੱਤੀ ਜਾਏਗੀ। ਪਰਮਿੰਦਰ ਸਿੰਘ ਢੀਂਡਸਾ ਨੇ ਇਹ ਵੀ ਦੋਸ਼ ਲਾਇਆ ਕਿ ਬਰਨਾਲਾ ਦੇ ਵਿੱਚ ਪੈਂਦਾ ਗੁਰਦੁਆਰਾ ਬਾਬਾ ਗਾਂਧਾ ਸਿੰਘ, ਉਹਦੇ ਮੈਨੇਜਰ ਵੱਲੋਂ ਵੱਡੇ ਪੱਧਰ ਤੇ ਜਾਲੀ ਬਿੱਲ ਪਾਸ ਕੀਤੇ ਜਾਂਦੇ ਆ। ਉੱਥੇ ਸਥਿਤ ਸ਼੍ਰੋਮਣੀ ਕਮੇਟੀ ਦੀਆਂ ਦੁਕਾਨਾਂ ਦੇ ਜਿਹੜਾ ਕਿਰਾਇਆ ਉਹਦੇ ਵਿੱਚ ਵੀ ਵੱਡਾ ਘਪਲਾ ਚੱਲ ਰਿਹਾ ਤੇ ਮੈਨੇਜਰ ਵੱਲੋਂ ਕੀਤਾ ਘਪਲਾ ਸਾਹਮਣੇ ਆਉਣ ਤੇ ਹਾਲਾਂਕਿ ਉਸ ਨੂੰ ਬਦਲ ਤਾਂ ਜ਼ਰੂਰ ਦਿੱਤਾ ਗਿਆ, ਪਰ ਇਸ ਉਪਰੰਤ ਨਾ ਸਿਰਫ ਉਸ ਨੂੰ ਤਰੱਕੀ ਦੇ ਕੇ ਖਰੀਦ ਇੰਸਪੈਕਟਰ ਬਣਾ ਦਿੱਤਾ ਗਿਆ, ਸਗੋਂ ਕਹਿੰਦੇ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਇਸ ਘਪਲੇ ਦੀ ਜਾਂਚ ਵੀ ਠੱਪ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਹ 1 ਜਾਂ 2 ਘਪਲੇ ਨਹੀਂ,
इस तरह के अनेकां घपले चल रहे हैं ਅਤੇ ਇਸ ਦੀ ਸਿੱਧੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੀ ਬਣਦੀ ਹੈ। ਉਹਨਾਂ ਨੇ ਫਿਰ ਤਰਕ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੀ ਕਿਉਂ ਬਣਦੀ ਹੈ। ਉਹ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਪਰਚੀ ਜਿਹਦੀ ਜੇਬ ਚੋਂ ਨਿਕਲਦੀ ਹੈ, ਜਿਹਦੇ ਥਾਪੜੇ ਨਾਲ ਬਣਦਾ ਹੈ, ਤੇ ਫਿਰ ਜ਼ਿੰਮੇਵਾਰੀ ਵੀ ਤਾਂ ਉਹਦੀ ਹੋਏਗੀ। ਤੁਸੀਂ ਦੇਖੋ ਕਿ ਪੌਣੇ 2 ਕਰੋੜ ਵਾਲੀ ਚੀਜ਼ 5 ਕਰੋੜ ਤੋਂ ਜ਼ਿਆਦਾ ਵਿੱਚ ਖਰੀਦੀ ਗਈ, ਤੇ ਬਾਕੀ ਜਿਹੜੇ ਘਪਲਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਤੇ ਫਿਰ ਤਾਂ ਭਾਈ ਕਿੰਤੂ ਪਰੰਤੂ ਕਰਨਾ ਬਣਦਾ ਹੈ कि गरीबां वास्ते गोलक दा मूँह खोलो, लोड़वंदां वास्ते गोलक दा मूँह खोलो। बीते समय दे विच खबरां आईयां सी कि गुरु रामदास हस्पताल दे विच गरीब व्यक्तियों का कई वारी इलाज नहीं किया जाता। बाद दे विच असीं कहने कोई भाई कोई ब्यास वाले दे लड़ लग गया, कोई किसी दे लग गया। उहदे तो बाद खबर सामने आई सी कि उही बंदा जिन्हां नूं इलाज दे लई ਗਿਆ ਨੂੰ ਹਸਪਤਾਲ ਦੇ ਵਿੱਚੋਂ ਮੋੜਿਆ ਗਿਆ ਸੀ, ਜਦੋਂ ਬਿਆਸ ਵਾਲਿਆਂ ਨੂੰ ਪਤਾ ਲੱਗਿਆ, ਉਹਨਾਂ ਨੇ ਇਲਾਜ ਮੁਫਤ ਵਿੱਚ ਕਰ ਦਿੱਤਾ ਸੀ। ਹੁਣ ਤੁਸੀਂ ਆਪ ਉਸ ਬੰਦੇ ਦੇ ਸਥਾਨ ਤੇ ਖੜ ਕੇ ਦੇਖੋ ਕਿ ਤੁਸੀਂ ਫਿਰ ਕਿੱਧਰਲੇ ਪਾਸੇ ਜਾਓਗੇ। ਬਈ ਆਪਣੀਆਂ ਕਮਜ਼ੋਰੀਆਂ ਨੂੰ ਵੀ ਆਪਾਂ ਪਹਿਚਾਣੀਏ। ਤੇ ਅਗਲੀ ਖਬਰ ਪੰਜਾਬਣ ਮੁਟਿਆਰ ਨੌਦੀਪ ਦੇ ਨਾਲ ਸੰਬੰਧਿਤ ਹੈ। 24 ਵਰਿਆਂ ਦੀ ਪੰਜਾਬਣ ਮੁਟਿਆਰ ਹੈ, ਨਾ ਇਹ ਨੌਦੀਪ, ਜਿਸ ਨੂੰ 12 ਜਨਵਰੀ ਨੂੰ ਕੁੰਡਲੀ ਬਾਰਡਰ ਤੋਂ ਪੁਲਿਸ ਨੇ ਚੁੱਕ ਲਿਆ ਸੀ, ਗ੍ਰਿਫਤਾਰ ਕਰ ਲਿਆ ਸੀ, ਤੇ ਉਸ ਨੂੰ ਉਸੇ ਦਿਨ ਤੋਂ 1 ਮਹੀਨਾ ਹੋ ਗਿਆ, ਹਾਲੇ ਤੱਕ ਜ਼ਮਾਨਤ ਨਹੀਂ ਮਿਲੀ ਅਤੇ ਜੇਲ੍ਹ ਦੇ ਵਿੱਚ ਹੈ। ਸੋਨੀਪਤ ਦੀ ਅਦਾਲਤ ਦੇ ਵਿੱਚ ਅੱਜ ਖਬਰ ਮਿਲ ਰਹੀ ਹੈ ਕਿ ਇੱਕ ਕੇਸ ਦੇ ਵਿੱਚੋਂ ਉਸ ਨੂੰ ਜ਼ਮਾਨਤ ਮਿਲੀ ਹੈ। ਪੁਲਿਸ ਵੱਲੋਂ ਨੌਦੀਪ ਤੇ ਧਾਰਾ 323, ਧਾਰਾ 384, 437 ਅਤੇ 506 ਦੇ ਤਹਿਤ ਬੀਤੇ ਵਰੇ ਦਸੰਬਰ ਮਹੀਨੇ ਮੁਕੱਦਮੇ ਦਰਜ ਕਰ ਲਏ ਗਏ ਸਨ, ਜਿਸ ਤਹਿਤ ਪੁਲਿਸ ਨੇ ਨੌਦੀਪ ਨੂੰ ਗ੍ਰਿਫਤਾਰ ਕੀਤਾ ਅਤੇ ਬਾਅਦ ਦੇ ਵਿੱਚ ਪੁਲਿਸ ਵੱਲੋਂ 2 ਹੋਰ ਮੁਕੱਦਮੇ ਨੌਦੀਪ ਤੇ ਦਰਜ ਕਰ ਦਿੱਤੇ ਗਏ। ਇਹਨਾਂ ਮੁਕੱਦਮਿਆਂ ਦੇ ਵਿੱਚੋਂ ਨੌਦੀਪ ਨੂੰ ਸਿਰਫ ਇੱਕ ਕੇਸ ਵਿੱਚ ਜ਼ਮਾਨਤ ਮਿਲੀ ਹੈ। ਦੱਸਣਾ ਬਣਦਾ ਕਿ ਨੌਦੀਪ ਦਾ ਅੱਜ ਜਨਮ ਦਿਨ ਵੀ ਸੀ ਅਤੇ ਉਸਨੇ ਆਪਣਾ ਜਨਮ ਦਿਨ ਅੱਜ ਕਰਨਾਲ ਦੀ ਜੇਲ੍ਹ ਵਿੱਚ ਮਨਾਇਆ ਅਤੇ ਜੇਲ੍ਹ ਵਿੱਚ ਉਹਨਾਂ ਨੂੰ ਐਡਵੋਕੇਟ ਪੰਨੂ ਮਿਲ ਕੇ ਆਇਆ। ਪੰਨੂ ਸਾਹਿਬ ਨੂੰ ਨੌਦੀਪ ਨੇ ਦੱਸਿਆ ਕਿ ਉਸ ਨਾਲ ਜਿਹੜੀ ਜੇਲ੍ਹ ਦੇ ਵਿੱਚ ਜ਼ਬਰਦਸਤੀ ਦੀਆਂ ਖਬਰਾਂ ਮਿਲ ਰਹੀਆਂ ਨੇ ਕਿ ਉਹਦੇ ਨਾਲ ਜ਼ਬਰ ਜਨਾਹ ਹੋਇਆ ਹੈ, ਉਹ ਕਹਿੰਦੀ ਮੇਰੇ ਨਾਲ ਜ਼ਬਰ ਜਨਾਹ ਤਾਂ ਨਹੀਂ ਹੋਇਆ, ਪਰ ਮੇਰੇ ਉੱਤੇ ਅੰਨਾ ਤਸ਼ੱਦਦ ਜ਼ਰੂਰ ਢਾਇਆ ਗਿਆ। ਜਿਹੜੀ ਮੈਡੀਕਲ ਰਿਪੋਰਟ ਆਈ ਹੈ ਨਾ ਨੌਦੀਪ ਦੀ, ਉਸ ਮੈਡੀਕਲ ਰਿਪੋਰਟ ਦੇ ਵਿੱਚ ਉਸਦੇ ਸਰੀਰ ਦੇ ਉੱਤੇ ਜ਼ਖਮ, ਨੀਲ, ਇੱਥੋਂ ਤੱਕ ਉਹਦੇ ਪ੍ਰਾਈਵੇਟ ਪਾਰਟਸ ਦੇ ਉੱਤੇ ਵੀ ਜ਼ਖਮ ਤੇ ਨੀਲ ਆਏ ਹੀ ਨਹੀਂ। ਤੁਸੀਂ ਦੇਖੋ ਕਿ ਇਸ ਮੁਟਿਆਰ ਨੂੰ ਕਿਸ ਹੱਦ ਤੱਕ ਕੁੱਟਿਆ ਮਾਰਿਆ ਗਿਆ ਹੋਵੇਗਾ। ਖੈਰ ਹਾਲੇ ਉਹ ਜੇਲ੍ਹ ਦੇ ਵਿੱਚ ਹੈ। ਇੱਕ ਕੇਸ ਤੋਂ ਜ਼ਮਾਨਤ ਮਿਲੀ ਹੈ। ਪੰਜਾਬ ਸਰਕਾਰ ਨੂੰ ਵੀ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਦੇ ਕਾਂਗਰਸੀ ਰਾਜ ਸਭਾ ਮੈਂਬਰ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਚਿੱਠੀ ਲਿਖੀ ਹੈ ਤੇ ਨਾਲ ਹੀ ਹਰਿਆਣੇ ਦੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਗਈਆਂ ਨੇ। ਐਸਸੀ ਕਮਿਸ਼ਨ ਨੇ ਨੋਟਿਸ ਲਿਆ ਹੋਇਆ ਕਿ ਨੌਦੀਪ ਦੇ ਉੱਤੇ ਹੋ ਰਹੇ ਅੰਨੇ ਤਸ਼ੱਦਦ ਦੀ ਕਾਰਵਾਈ ਨੂੰ ਠੱਲ ਪਾਈ ਜਾਵੇ ਤੇ ਉਸ ਨੂੰ ਜ਼ਮਾਨਤ ਦਿੱਤੀ ਜਾਵੇ। ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਕਿ ਉਹਨੂੰ ਹਰਿਆਣੇ ਦੇ ਵਿੱਚੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਜਿੰਨੀ ਦੇਰ ਜ਼ਮਾਨਤ ਨਹੀਂ ਹੁੰਦੀ। ਹੁਣ ਵੇਖਦੇ ਹਾਂ ਕਿ ਅਗਲੀ ਕਾਰਵਾਈ ਜਾਂ ਅਗਲੇ ਕੇਸ ਦੇ ਵਿੱਚੋਂ ਉਸ ਨੂੰ ਜ਼ਮਾਨਤ ਕਦੋਂ ਮਿਲਦੀ ਹੈ ਤੇ ਰਿਹਾਈ ਕਦੋਂ ਹੁੰਦੀ ਹੈ। ਅਗਲੀ ਖਬਰ ਐਮਨੈਸਟੀ ਇੰਟਰਨੈਸ਼ਨਲ ਦੇ ਨਾਲ ਸੰਬੰਧਿਤ ਹੈ ਤੇ ਐਮਨੈਸਟੀ ਇੰਟਰਨੈਸ਼ਨਲ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਇਹਦੇ ਤੋਂ ਪਹਿਲਾਂ ਕਿ ਆਵਾਜ਼ ਕੀ ਉਠਾਈ ਹੈ, ਹੋ ਸਕਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਦਰਸ਼ਕ ਹੋਣ ਜਿਹੜੇ ਐਮਨੈਸਟੀ ਇੰਟਰਨੈਸ਼ਨਲ ਦੇ ਬਾਬਤ ਜਾਣਦੇ ਹੋਣ, ਪਰ ਜੇ ਨਹੀਂ ਜਾਣਦੇ ਤਾਂ ਪਹਿਲਾਂ ਐਮਨੈਸਟੀ ਇੰਟਰਨੈਸ਼ਨਲ ਦੇ ਬਾਬਤ ਦੱਸਣਾ ਲਾਜ਼ਮੀ ਹੈ ਕਿ ਹੈ ਕੀ। ਅਸਲ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਮਨੁੱਖੀ ਅਧਿਕਾਰਾਂ ਸੰਬੰਧੀ ਇੱਕ ਸਮਾਜ ਸੇਵੀ ਸੰਸਥਾ ਹੈ ਜਿਸ ਨੂੰ 1977 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਵੀ ਮਿਲਿਆ। ਐਮਨੈਸਟੀ ਇੰਟਰਨੈਸ਼ਨਲ ਦੀ ਨੀਂਹ ਅਸਲ ਵਿੱਚ 1961 ਵਿੱਚ ਲੰਡਨ 'ਚ ਰੱਖੀ ਗਈ ਸੀ। ਇਹ ਐਮਨੈਸਟੀ ਮਨੁੱਖੀ ਅਧਿਕਾਰਾਂ ਦੇ ਮੁੱਦੇ ਉੱਤੇ ਬਹੁਦੇਸ਼ੀ ਪ੍ਰਚਾਰ ਮੁਹਿੰਮ ਚਲਾਉਂਦੀ ਹੈ, ਜਾਂਚ ਕਾਰਜ ਕਰਕੇ ਪੂਰੀ ਦੁਨੀਆ ਦਾ ਧਿਆਨ ਉਸ ਮੁੱਦੇ ਵੱਲ ਆਕਰਸ਼ਿਤ ਕਰਦੀ ਹੈ ਅਤੇ ਇੱਕ ਸੰਸਾਰ ਜਨਮਤ ਤਿਆਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਜਿਹਾ ਕਰਕੇ ਉਹ ਖਾਸ ਸਰਕਾਰਾਂ, ਸੰਸਥਾਵਾਂ ਜਾਂ ਵਿਅਕਤੀਆਂ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਸੰਸਥਾ ਨੂੰ 1977 ਦੇ ਵਿੱਚ ਸ਼ੋਸ਼ਣ ਖਿਲਾਫ ਮੁਹਿੰਮ ਚਲਾਉਣ ਲਈ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ ਅਤੇ 1978 ਵਿੱਚ ਸੰਯੁਕਤ ਰਾਸ਼ਟਰ ਸੰਘ ਦੇ ਮਨੁੱਖੀ ਅਧਿਕਾਰ ਦਾ ਇਨਾਮ ਵੀ ਐਮਨੈਸਟੀ ਇੰਟਰਨੈਸ਼ਨਲ ਨੂੰ ਮਿਲ ਚੁੱਕਿਆ। ਹੁਣ ਐਮਨੈਸਟੀ ਇੰਟਰਨੈਸ਼ਨਲ ਨੇ ਆਵਾਜ਼ ਚੁੱਕੀ ਹੈ ਕਿਸਾਨੀ ਅੰਦੋਲਨ ਦੇ ਹੱਕ ਵਿੱਚ
78 दिन ਦਿੱਲੀ ਦੀਆਂ ਸਰਹੱਦਾਂ ਤੇ ਇਸ ਅੰਦੋਲਨ ਨੂੰ ਹੋ ਚੁੱਕੇ ਨੇ। ਇੰਨੇ ਦਿਨ ਬੀਤ ਜਾਣ ਦੇ ਬਾਵਜੂਦ 2.5 ਮਹੀਨੇ ਬੀਤ ਜਾਣ ਦੇ ਬਾਵਜੂਦ ਕਈ ਬੈਠਕਾਂ ਹੋਣ ਦੇ ਬਾਅਦ ਵੀ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਕੋਈ ਸਹਿਮਤੀ ਨਹੀਂ ਬਣ ਸਕੀ। ਇਸੇ ਦੌਰਾਨ ਕਿਸਾਨ ਅੰਦੋਲਨ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੇ ਕਈ ਮੈਂਬਰਾਂ ਨੇ, ਕਈ ਸੰਸਥਾਵਾਂ ਨੇ, ਕਈ ਸਟਾਰਾਂ ਨੇ ਆਪੋ ਆਪਣੇ ਤਰੀਕੇ ਨਾਲ ਸਮਰਥਨ ਦਿੱਤਾ ਹੈ। ਇਸੇ ਹੀ ਲੜੀ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਸਰਕਾਰ ਨੂੰ ਪੱਤਰਕਾਰਾਂ, ਮੁਜ਼ਾਹਰਾਕਾਰੀਆਂ, ਕਿਸਾਨ ਆਗੂਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਨ ਵਾਸਤੇ ਆਖਿਆ ਹੈ। ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਨੇ ਬਿਆਨ ਜਾਰੀ ਕਰਦਿਆਂ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਜਿਹੜੇ ਲੋਕ ਗ੍ਰਿਫਤਾਰ ਕੀਤੇ ਹੈ ਉਹਨਾਂ ਨੂੰ ਬਗੈਰ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ। ਐਮਨੈਸਟੀ ਇੰਟਰਨੈਸ਼ਨਲ ਨੇ ਟਵੀਟ ਕੀਤਾ ਹੈ। ਟਵੀਟ ਦੇ ਵਿੱਚ ਉਸਨੇ ਲਿਖਿਆ ਕਿ ਭਾਰਤ ਸਰਕਾਰ ਨੂੰ ਦੇਸ਼ ਭਰ ਵਿੱਚ ਨਵੇਂ 3 ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਅੰਦੋਲਨ ਦੇ ਮੱਦੇਨਜ਼ਰ ਮੁਜ਼ਾਹਰਾਕਾਰੀਆਂ, ਕਿਸਾਨ ਆਗੂਆਂ ਅਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਨਾ ਚਾਹੀਦਾ ਹੈ। ਦੱਸਣਾ ਬਣਦਾ ਹੈ ਕਿ ਸ਼ਾਇਦ ਤੁਹਾਨੂੰ ਵੀ ਯਾਦ ਹੋਵੇ ਕਿ ਬੀਤੇ ਦਿਨੀ ਫ੍ਰੀਲਾਂਸਰ ਦੇ ਤੌਰ ਤੇ ਕੰਮ ਕਰਦੇ ਪੱਤਰਕਾਰ ਮਨਦੀਪ ਪੂਨੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਨੂੰ 14 ਦਿਨਾਂ ਲਈ ਹਿਰਾਸਤ ਵਿੱਚ ਰੱਖੇ ਜਾਣ ਦੀ ਗੱਲ ਚੱਲੀ ਤੇ ਬਾਅਦ ਦੇ ਵਿੱਚ ਉਸ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ ਅਤੇ ਜੇਲ੍ਹ ਦੇ ਵਿੱਚ ਵੀ ਮਨਦੀਪ ਪੂਨੀਆ ਜਿਹੜੇ ਕਿਸਾਨ, ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਗਏ ਸਨ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਪਣੀਆਂ ਲੱਤਾਂ ਤੇ ਨੋਟ ਕਰਕੇ ਲੈ ਕੇ ਆਇਆ ਸੀ। ਸੋ ਹੁਣ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਇਸ ਵਕਤ ਆਵਾਜ਼ ਬੁਲੰਦ ਕੀਤੀ ਹੈ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੁੰਦੇ ਹੈ ਤੁਸੀਂ ਉਹਨਾਂ ਦੇ ਖਿਲਾਫ ਵੀ ਤੁਸੀਂ ਕਹਿੰਦੇ ਘੱਟੋ ਘੱਟ ਇਸ ਤਰ੍ਹਾਂ ਦੀਆਂ ਕਾਰਵਾਈਆਂ ਬੰਦ ਕਰ ਦਿਓ ਜੋ ਕਿ ਸੰਸਾਰ ਪੱਧਰ ਤੇ ਆਲਮੀ ਪੱਧਰ ਦੇ ਉੱਤੇ ਚੰਗੀਆਂ ਨਹੀਂ। ਅਗਲੀ ਖਬਰ ਉਹ ਵੀ ਕਿਸਾਨ ਅੰਦੋਲਨ ਦੇ ਨਾਲ ਹੀ ਸੰਬੰਧਿਤ ਹੈ। ਜਗਰਾਉਂ ਦੇ ਵਿੱਚ ਪੰਜਾਬ ਦੀ ਪਹਿਲੀ ਮਹਾ ਪੰਚਾਇਤ ਹੋਈ ਹੈ। ਉਸ ਦੇ ਵਿੱਚ ਵੱਖੋ ਵੱਖ ਕਿਸਾਨ ਆਗੂ ਪਹੁੰਚੇ ਹੈ। ਇਸ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਸੱਦੀ ਗਈ ਮਹਾ ਪੰਚਾਇਤ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਵੀ ਪਹੁੰਚੇ। ਸਵੇਰ ਤੋਂ ਭਾਵੇਂ ਮੌਸਮ ਖਰਾਬ ਦੱਸਿਆ ਜਾ ਰਿਹਾ ਸੀ, ਧੁੰਦ ਡਾਢੀ ਸੀ, ਸ਼ਾਇਦ ਉਸ ਕਰਕੇ ਥੋੜੀ ਇਹ ਜਿਹੜੀ ਮਹਾ ਪੰਚਾਇਤ ਲੇਟ ਸ਼ੁਰੂ ਹੋਈ, ਪਰ ਕਿਸਾਨ ਹੁੰਮ ਹਮਾ ਕੇ ਜਗਰਾਉਂ ਦੀ ਨਵੀਂ ਦਾਣਾ ਮੰਡੀ ਦੇ ਵਿੱਚ ਪਹੁੰਚਦੇ ਰਹੇ। ਰੈਲੀ ਦੇ ਵਿੱਚ ਵਿਸ਼ੇਸ਼ ਗੱਲ ਇਹ ਦੇਖਣ ਨੂੰ ਮਿਲੀ ਕਿ ਜਗਰਾਉਂ ਪੁਲਿਸ ਦੇ ਵੱਲੋਂ ਪੂਰੀ ਮੰਡੀ ਦੀ ਕਿਲ੍ਹਾਬੰਦੀ ਕੀਤੀ ਹੋਈ ਸੀ। ਐਸਐਸਪੀ ਚਰਨ ਸਿੰਘ ਸੋਹਲ ਸਵੇਰ ਤੋਂ ਖੁਦ ਸੁਰੱਖਿਆ ਪ੍ਰਬੰਧਾਂ ਦਾ ਖੁਦ ਜਾਇਜ਼ਾ ਲੈ ਰਹੇ ਸਨ ਤੇ ਇੱਥੇ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਉਹਨੂੰ ਜੇ ਆਪਾਂ ਸੰਖੇਪ ਦੇ ਵਿੱਚ ਦੱਸਣਾ ਹੋਵੇ, ਸਾਂਝੇ ਕਿਸਾਨ ਮੋਰਚੇ ਦੇ ਵੱਲੋਂ ਕੀਤੀ ਗਈ ਇਸ ਮਹਾ ਪੰਚਾਇਤ ਨੇ ਜਦੋਂ ਇੱਕ ਵਿਸ਼ਾਲ ਰੂਪ ਧਾਰਨ ਕਰ ਲਿਆ ਤਾਂ ਬਲਵੀਰ ਸਿੰਘ ਰਾਜੇਵਾਲ ਨੇ ਫਿਰ ਸੰਬੋਧਨ ਹੁੰਦਿਆਂ ਸਪਸ਼ਟ ਤੌਰ ਤੇ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਵਾਰ-ਵਾਰ ਕਿਸਾਨਾਂ ਤੋਂ ਪ੍ਰਪੋਜ਼ਲ ਦੀ ਮੰਗ ਕਰ ਰਹੇ ਹੈ, ਪਰ ਕਿਸਾਨਾਂ ਦਾ ਦੋ ਟੁਕ ਇੱਕੋ ਹੀ ਜਵਾਬ ਹੈ ਕਿ ਸਾਨੂੰ ਪ੍ਰਪੋਜ਼ਲ ਨਹੀਂ, ਸਿਰਫ ਖੇਤੀ ਕਾਨੂੰਨ ਰੱਦ ਹੋਣ ਨਾਲ ਸੰਘਰਸ਼ ਰੱਦ ਕੀਤਾ ਜਾਏਗਾ। ਸਾਨੂੰ ਪ੍ਰਪੋਜ਼ਲ ਨਹੀਂ, ਸਾਨੂੰ ਕਾਨੂੰਨ ਰੱਦ ਕਰਨੇ ਚਾਹੀਦੇ ਹੈ। ਉਹਨਾਂ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਅੰਨਦਾਤਾ ਨੂੰ ਡਿਪਲੋਮੈਟਿਕ ਗਾਲਾਂ ਕੱਢਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਾਰੀਆਂ ਪ੍ਰਧਾਨ ਮੰਤਰੀ ਵੱਲੋਂ ਕੱਢੀਆਂ ਗਾਲਾਂ ਦੇਸ਼ ਵਾਸੀਆਂ ਦੇ ਦਿਲਾਂ ਤੇ ਰੱਖ ਲਈਆਂ ਨੇ, ਜਿਸ ਦਾ ਸਹੀ ਸਮੇਂ ਤੇ ਮੁਲਕ ਦੇ ਲੋਕ ਜਵਾਬ ਦੇਣਗੇ। ਉਹਨਾਂ ਮਹਾ ਪੰਚਾਇਤ ਦੀ ਸਫਲਤਾ ਨੂੰ ਕਿਸਾਨੀ ਜਿੱਤ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਕਿਸਾਨ ਮੋਰਚਾ ਪੂਰੀ ਤਰ੍ਹਾਂ ਇਕਜੁੱਟ ਹੈ। ਭਾਵੇਂ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ, ਪਰ ਕਹਿੰਦੇ ਤੁਸੀਂ ਸੰਘਰਸ਼ ਦਾ ਲੜਨਾ ਛੱਡਿਓ। ਅਸੀਂ ਤੁਹਾਡੇ ਨਾਲ ਦਾਅਵਾ ਕਰਦੇ ਹਾਂ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋਣਗੇ ਅਸੀਂ ਉੱਥੋਂ ਉੱਠਾਂਗੇ ਨਹੀਂ। 26 ਜਨਵਰੀ ਦੇ ਵਾਕਿਆ ਤੋਂ ਬਾਅਦ ਕਿਸਾਨ ਮੋਰਚੇ ਦੇ ਢਿੱਲੇ ਪੈਣ ਦੀਆਂ ਅਫਵਾਹਾਂ ਚਕਨਾਚੂਰ ਕਹਿੰਦੇ ਤੁਸੀਂ ਕੀਤੀਆਂ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਈ ਕਿਹਾ ਜਾਂਦਾ ਸੀ, ਉਹਨਾਂ ਹੀ ਨੌਜਵਾਨਾਂ ਨੇ ਆਪਣੇ ਤੇ ਲੱਗਿਆ ਕਲੰਕ ਖੁਦ ਧੋਤਾ ਹੈ। ਉਹਨਾਂ ਕਿਹਾ ਕਿ ਕੋਈ ਵੀ ਦੱਸੇ ਕਿ ਇਸ ਅੰਦੋਲਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚਿਆ ਹੋਇਆ ਹੈ, ਕਿ ਉਹਨਾਂ ਵਿੱਚੋਂ ਹੁਣ ਤੱਕ ਕਿਹਨੂੰ ਖਬਰ ਮਿਲੀ ਹੈ, ਕਿਹਦੇ ਕੰਨੀ ਇਸ ਤਰ੍ਹਾਂ ਦੀ ਖਬਰ ਪਈ ਹੈ ਕਿ ਕੋਈ ਪੰਜਾਬ ਦਾ ਨੌਜਵਾਨ ਅੰਦੋਲਨ ਦੇ ਵਿੱਚ ਗਿਆ ਹੋਵੇ, ਨਸ਼ਾ ਖਾ ਕੇ ਜਾਂ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਦੇ ਮੂੰਹ ਵਿੱਚ ਚਲਿਆ ਗਿਆ ਹੋਵੇ। ਉਹ ਕਹਿੰਦੇ ਇਹ ਕਲੰਕ ਪੰਜਾਬ ਦੀ ਨੌਜਵਾਨੀ ਨੇ ਆਪਣੇ ਮੱਥੇ ਤੇ ਲੱਗਿਆ ਖੁਦ ਧੋ ਦਿੱਤਾ ਹੈ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਤਾਂ ਉਹ ਗੱਲਾਂ ਸਰਕਾਰ ਨੂੰ ਸੁਣਾਈਆਂ ਨੇ 2017 ਦੇ ਜਦ ਕੁੰਡੀਆਂ ਲਾ ਕੇ, ਕਿ ਮੇਰੀ ਵੀ ਸੁਣੋ ਨੀਤੀ ਉਦਯੋਗ ਦੇ ਵਿੱਚ ਜਦੋਂ ਉਹ ਕਹਿੰਦੇ 6-6 ਹਜ਼ਾਰ 7-7 ਹਜ਼ਾਰ ਏਕੜ ਦੇ ਕਲਸਟਰ ਕੱਟ ਕੇ ਦਿਓ, ਕਾਰਪੋਰੇਟ ਵਾਲੇ ਆਪਣੇ ਤਰੀਕੇ ਨਾਲ ਖੇਤੀ ਕਰਨਗੇ। ਉਹ ਕਹਿੰਦੇ ਕਿਸਾਨ ਦੀਆਂ ਨੀਤੀਆਂ ਕੁਝ ਹੋਰ ਨੇ, ਕਿਸਾਨ ਕੁਝ ਹੋਰ ਚਾਹੁੰਦਾ ਪਰ ਸਰਕਾਰ ਉਹਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ।
दूसरे पासे किसान आगू मनजीत सिंह धनेर ने इस महापंचायत ਦੇ ਵਿੱਚ ਆਪਣੇ ਅੰਦਾਜ਼ ਦੇ ਨਾਲ ਆਪਣੀ ਗੱਲ ਆਖੀ। ਉਹਨਾਂ ਕਿਹਾ ਕਿ ਅੰਦੋਲਨ ਸਿਰਫ ਕਿਸਾਨੀ ਦਾ ਨਹੀਂ, ਇਹ ਦੁਕਾਨੀ ਦਾ ਵੀ ਹੈ। ਉਹਨਾਂ ਸੋਸ਼ਲ ਮੀਡੀਆ ਤੇ ਪੱਥਰਾਂ ਨੂੰ ਹੱਥ ਲਾ ਕੇ ਫੋਟੋਆਂ ਖਿਚਵਾਉਣ ਵਾਲਿਆਂ ਦੀ ਝਾੜ ਝੰਬ ਕਰਦਿਆਂ ਕਿਹਾ ਕਿ ਬੈਰੀਕੇਡ ਤੋੜਨ ਵਾਲਿਆਂ ਦੀ ਸ਼ਕਤੀ ਹਰਿਆਣੇ ਵਾਲਿਆਂ ਨੇ ਦਿੱਤੀ, ਕਿਉਂਕਿ ਜੇਕਰ ਹਰਿਆਣਾ ਸਾਥ ਨਾ ਦਿੰਦਾ ਤਾਂ ਅੱਜ ਅੰਦੋਲਨ ਇਹ ਰੂਪ ਧਾਰਨ ਨਹੀਂ ਸੀ ਕਰ ਸਕਦਾ। ਉਹਨਾਂ ਧਨੇਰ ਸਾਹਿਬ ਨੇ ਇੱਕ ਕਵਿਤਾ ਪੜ੍ਹੀ ਤੇ ਕਵਿਤਾ ਰਾਹੀਂ ਜੋਸ਼ ਭਰਦਿਆਂ ਕਿਹਾ ਕਿ ਤੋੜ ਸ਼ਿਕਾਰੀਆਂ ਦੇ ਜਾਲ ਨੂੰ, ਚਲੋ ਅੰਬਰਾਂ ਨੂੰ ਉੱਡ ਚੱਲੀਏ। ਉਹਨਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਬੈਰੀਕੇਡ ਤੋੜਨ ਦੇ ਵਿੱਚ ਹਰਿਆਣੇ ਵਾਲਿਆਂ ਨੇ ਸਾਥ ਦਿੱਤਾ, 26 ਜਨਵਰੀ ਤੋਂ ਬਾਅਦ ਇੱਕ ਵਾਰੀ ਫੇਰ ਨਵੀਂ ਰੂਹ ਫੂਕਣ ਦੇ ਵਾਸਤੇ ਯੂਪੀ, ਉੱਤਰਾਖੰਡ ਅਤੇ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਵੀ ਅਸੀਂ ਅੱਖੋਂ ਪਰੋਖੇ ਕਦੇ ਨਹੀਂ ਕਰ ਸਕਦੇ। ਤੇ ਇਸੇ ਤਰ੍ਹਾਂ ਰਾਜੇਵਾਲ ਸਾਹਿਬ ਨੇ ਕਿਹਾ, ਉਹ ਕਹਿੰਦੇ ਦੇਖੋ ਪਹਿਲਾਂ ਕਹਿੰਦੇ ਸੀ ਪੰਜਾਬ ਦਾ, ਫਿਰ ਹਰਿਆਣੇ ਤੇ ਯੂਪੀ ਦਾ। ਉਹ ਕਹਿੰਦੇ 2000 ਕਿਸਾਨ ਪੈਦਲ ਤੁਰ ਕੇ ਮਹਾਰਾਸ਼ਟਰ ਤੋਂ ਪਹੁੰਚੇ ਹੈ, ਕੇਰਲਾ ਤੋਂ ਪੈਦਲ ਤੁਰ ਕੇ ਕਿਸਾਨ ਪਹੁੰਚੇ ਹੈ, ਬਿਹਾਰ ਤੋਂ, ਉਹ ਕਹਿੰਦੇ ਤਾਮਿਲਨਾਡੂ ਤੋਂ। ਉਹ ਕਹਿੰਦੇ ਕਿਹੜਾ ਸੂਬਾ ਹੈ ਜਿੱਥੇ ਦਾ ਕਿਸਾਨ ਇਸ ਵਕਤ ਸ਼ਮੂਲੀਅਤ ਨਹੀਂ ਕਰ ਰਿਹਾ? ਉਹ ਇਸ ਵਕਤ ਸਮੁੱਚੇ ਭਾਰਤ ਦੇ ਕਿਸਾਨਾਂ ਦਾ, ਸਮੁੱਚੇ ਲੋਕਾਂ ਦਾ ਅੰਦੋਲਨ ਇਹ ਬਣ ਚੁੱਕਿਆ। ਕਹਿੰਦੇ ਹੁਣ ਇਸ ਅੰਦੋਲਨ ਦੀ ਜਿੱਤ ਨੂੰ ਕੋਈ ਰੋਕ ਨਹੀਂ ਸਕੇਗਾ। ਉਹਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਅੰਦੋਲਨ ਜਿੱਤੇਗਾ, ਅੰਦੋਲਨ ਜਿੱਤੇਗਾ, ਅੰਦੋਲਨ ਜਿੱਤੇਗਾ, ਪਰ ਏਕਾ ਤੇ ਇਤਫਾਕ ਬਣਾ ਕੇ ਰੱਖਿਓ। ਅਗਲੀ ਖਬਰ, ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਗ੍ਰਿਫਤਾਰੀਆਂ ਹੋਈਆਂ ਨੇ ਤੇ ਹੁਣ ਖਬਰ ਮਿਲ ਰਹੀ ਹੈ ਕਿ ਉਸੇ ਹੀ ਲਾਲ ਕਿਲ੍ਹਾ ਹਿੰਸੇ ਦੇ ਮੱਦੇਨਜ਼ਰ ਦੀਪ ਸਿੱਧੂ ਤੋਂ ਬਾਅਦ ਦਿੱਲੀ ਦੀ ਪੁਲਿਸ ਲੱਖਾ ਸਿਧਾਣਾ ਦੀ ਤਲਾਸ਼ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਨੇ ਪੁੱਛਗਿੱਛ ਦੇ ਵਿੱਚ ਕਈ ਅਹਿਮ ਸੁਰਾਗ ਦਿੱਤੇ ਹੈ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਹਰਿਆਣਾ ਦੇ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਹਾਲਾਂਕਿ ਜਾਂਚ ਦੇ ਵਿੱਚ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਜੁਗਰਾਜ ਸਿੰਘ, ਲੱਖਾ ਸਿਧਾਣਾ ਅਤੇ ਦੀਪ ਸਿੱਧੂ ਅਤੇ ਬੀਤੇ ਬੁੱਧਵਾਰ ਨੂੰ ਫੜੇ ਗਏ ਇਕਬਾਲ ਸਿੰਘ, ਇਹਨਾਂ ਦੇ ਵਿਚਕਾਰ ਕੋਈ ਸੰਬੰਧ ਨਹੀਂ ਸੀ। ਪਰ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਜ਼ਰੂਰ ਜਾਣਦੇ ਸੀ। ਸੂਤਰਾਂ ਮੁਤਾਬਕ ਕੁਝ ਅਹਿਮ ਸੁਰਾਗ ਮਿਲੇ ਹੈ, ਜਿਸ ਦੇ ਕਾਰਨ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਪੁਲਿਸ ਨੇ ਦੱਸਿਆ ਕਿ ਲੱਖਾ ਸਿਧਾਣਾ ਲਗਾਤਾਰ ਆਪਣੀ ਲੋਕੇਸ਼ਨ ਬਦਲ ਰਿਹਾ ਹੈ। ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਦੇ ਦੋਸ਼ ਦੇ ਵਿੱਚ ਜੁਗਰਾਜ ਸਿੰਘ ਦੀ ਵੀ ਲੋਕੇਸ਼ਨ ਕੁੰਡਲੀ ਦੇ ਕੋਲੋਂ ਹੋਣ ਦੇ ਸੰਕੇਤ ਮਿਲੇ ਨੇ। ਉਹ ਕਹਿੰਦੇ 3 ਦਿਨ ਪਹਿਲਾਂ ਉਸ ਤੇ ਪੰਜਾਬ ਦੇ ਵਿੱਚ ਲੁਕੇ ਹੋਣ ਦੀ ਸੂਹ ਮਿਲੀ ਸੀ ਤੇ ਹੁਣ ਉਹਨੂੰ ਬਾਰਡਰ ਦੇ ਕੋਲ ਆਖਰੀ ਲੋਕੇਸ਼ਨ ਤੇ ਚੈੱਕ ਕੀਤਾ ਗਿਆ। ਉੱਥੇ ਹੀ ਕਹਿੰਦੇ ਲੱਖਾ ਸਿਧਾਣਾ ਫੇਸਬੁੱਕ ਤੇ ਆਖਰੀ ਵਾਰ ਜਦੋਂ ਲਾਈਵ ਹੋਏ, ਉਹਨਾਂ ਦੀ ਲੋਕੇਸ਼ਨ ਵੀ ਸਿੰਘੂ ਸਰਹੱਦ ਦੀ ਦੱਸੀ ਜਾ ਰਹੀ ਹੈ। ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਟੈਕਨੀਕਲ ਸਰਵੇਲੈਂਸ ਦੀ ਮਦਦ ਲੈ ਰਹੀਆਂ ਨੇ ਤਾਂ ਕਿ ਲੱਖਾ ਸਿਧਾਣਾ ਤੇ ਹੋਰਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਜਾਣਕਾਰੀ ਉਹਨਾਂ ਇਹ ਵੀ ਦਿੱਤੀ ਹੈ ਕਿ ਇਸ ਸੰਬੰਧੀ ਹਰਿਆਣਾ ਦੇ ਰਾਈ, ਪਾਣੀਪਤ, ਗੋਹਾਨਾ, ਸੋਨੀਪਤ ਤੇ ਕਈਆਂ ਹੋਰਨਾਂ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬੀ ਕਲਾਕਾਰ ਦੀਪ ਸਿੱਧੂ, ਉਹ ਕਹਿੰਦੇ ਇਹ ਤਾਂ ਬਿਹਾਰ ਨੂੰ ਜਾ ਰਿਹਾ ਸੀ ਜਿੱਥੋਂ ਗ੍ਰਿਫਤਾਰ ਕੀਤਾ ਤੇ ਉੱਥੋਂ ਇਹਨੇ ਨੇਪਾਲ ਭੱਜ ਜਾਣਾ ਸੀ। ਇਹ ਸਿਰਫ ਪੁਲਿਸ ਦੇ ਬਿਆਨ ਨੇ ਕਿ ਗ੍ਰਿਫਤਾਰੀ ਤੋਂ ਬਚਣ ਵਾਸਤੇ ਉਸੇ ਹੀ ਰਾਤ ਸਿੰਘੂ ਬਾਰਡਰ ਦੇ ਹੁੰਦੇ ਹੋਏ ਉਹਨੇ ਅੱਗੇ ਬਿਹਾਰ ਚਲੇ ਜਾਣਾ ਸੀ। ਬਿਹਾਰ ਤੋਂ ਬਾਅਦ ਫਿਰ ਉਸਨੇ ਨੇਪਾਲ ਚਲੇ ਜਾਣਾ ਸੀ। ਪਰ ਹੁਣ ਇਹ ਪਤਾ ਨਹੀਂ ਕਿ ਕਿੰਨੀ ਕੁ ਸੱਚਾਈ ਇਸ ਗੱਲ ਵਿੱਚ ਹੈ ਜਾਂ ਨਹੀਂ। ਉਹ ਤਾਂ ਇਹ ਵੀ ਦੱਸਦੇ ਨੇ ਕਿ ਉਹ ਪੰਜਾਬ ਦੇ ਵਿੱਚ, ਹਿਮਾਚਲ ਦੇ ਵਿੱਚ ਕਈਆਂ ਥਾਵਾਂ ਤੇ ਲੁਕਦਾ ਰਿਹਾ ਤੇ ਪੁਲਿਸ ਲਗਾਤਾਰ ਉਸ ਦੀ ਭਾਲ ਕਰਦੀ ਰਹੀ। ਆਖਰ ਦੇ ਵਿੱਚ ਉਸ ਨੂੰ ਕਰਨਾਲ ਦੇ ਗੋਲਡਨ ਹੱਟ ਢਾਬੇ ਦੇ ਕੋਲੋਂ ਉਸ ਵਕਤ ਕਾਬੂ ਕੀਤਾ ਗਿਆ ਜਦੋਂ ਉਹ ਟਰੈਕਟਰ ਰਾਹੀਂ ਉੱਥੇ ਪਹੁੰਚਿਆ ਤੇ ਉੱਥੋਂ ਫਰਾਰ ਹੋਣ ਵਾਸਤੇ ਉਹ ਇੱਕ ਕਾਰ ਦਾ ਇੰਤਜ਼ਾਰ ਕਰ ਰਿਹਾ ਸੀ। ਹੁਣ ਦੀਪ ਸਿੱਧੂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 30 ਹਜ਼ਾਰੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਪੁਲਿਸ ਵੱਲੋਂ 10 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਗਈ ਸੀ, ਪਰ ਅਦਾਲਤ ਨੇ 7 ਦਿਨ ਦਾ ਪੁਲਿਸ ਰਿਮਾਂਡ ਉਹਨਾਂ ਦਾ ਦਿੱਤਾ ਸੀ ਤੇ ਪੇਸ਼ੀ ਨੂੰ ਲੈ ਕੇ 30 ਹਜ਼ਾਰੀ ਅਦਾਲਤ ਦੇ ਵਿੱਚ ਉਸ ਦਿਨ ਸਖਤ ਪ੍ਰਬੰਧ ਕੀਤੇ ਹੋਏ ਸਨ। ਤੇ ਦੂਸਰੇ ਪਾਸੇ ਦੀਪ ਸਿੱਧੂ ਨੇ ਦਾਅਵਾ ਕੀਤਾ ਕਿ 26 ਜਨਵਰੀ ਨੂੰ ਸਵੇਰੇ ਉਹ ਉੱਠਿਆ ਤਾਂ ਉਹਨਾਂ ਨੇ ਮੋਬਾਈਲ ਚੈੱਕ ਕੀਤਾ ਤਾਂ ਲੋਕਾਂ ਵੱਲੋਂ ਲਾਲ ਕਿਲ੍ਹੇ ਵੱਲ ਵਧਣ ਬਾਰੇ 3 ਮਿਸ ਕਾਲ ਉਹਨਾਂ ਨੂੰ ਕੀਤੇ ਹੋਏ ਸਨ, ਸੰਦੇਸ਼ ਆਏ ਹੋਏ ਸਨ। ਤਾਂ ਉਹ ਆਪਣੇ 3 ਦੋਸਤਾਂ ਦੇ ਨਾਲ ਉੱਥੇ ਪਹੁੰਚਿਆ। ਉਹਨੇ ਕਿਹਾ ਕਿ ਸਵੇਰੇ 11 ਵਜੇ ਆਪਣੇ ਦੋਸਤਾਂ ਦੇ ਨਾਲ ਗੱਡੀ ਰਾਹੀਂ ਸਿੰਘੂ ਸਰਹੱਦ ਤੋਂ ਚੱਲਿਆ ਅਤੇ ਬਾਅਦ ਦੁਪਹਿਰ 1 ਵਜੇ ਉਹ ਲਾਲ ਕਿਲ੍ਹੇ ਤੇ ਪਹੁੰਚਿਆ। ਅਧਿਕਾਰੀਆਂ ਮੁਤਾਬਕ ਜਦੋਂ ਉਸ ਤੋਂ ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਦੇ ਬਾਰੇ ਪੁੱਛਿਆ ਗਿਆ ਤਾਂ ਦੀਪ ਸਿੱਧੂ ਨੇ ਝੰਡਾ ਲਹਿਰਾਉਣ ਦੀ
ਜਿਹੜੀ ਘਟਨਾ ਵਾਪਰੀ ਆ ਉਸ ਦੇ ਵਿੱਚ ਸ਼ਮੂਲੀਅਤ ਕਰਨ ਤੋਂ ਇਨਕਾਰ ਕੀਤਾ ਤੇ ਉਹਨਾਂ ਨੇ ਇਹ ਵੀ ਇਨਕਾਰ ਕੀਤਾ ਦੀਪ ਸਿੱਧੂ ਨੇ ਕਿ ਉਸਨੇ ਭੀੜ ਨੂੰ ਵੀ ਭੜਕਾਇਆ ਜਾਂ ਉਕਸਾਇਆ ਨਹੀਂ। ਆਉਣ ਵਾਲੇ ਦਿਨਾਂ ਵਿੱਚ ਵੇਖਦੇ ਹਾਂ ਕਿ ਪੁਲਿਸ ਕਿਸ ਤਰ੍ਹਾਂ ਦੇ ਹੋਰ ਬਿਆਨ ਇਸ ਗ੍ਰਿਫਤਾਰੀ ਜਾਂ ਹੋਰਨਾਂ ਗ੍ਰਿਫਤਾਰੀਆਂ ਦੇ ਬਾਬਤ ਦਿੰਦੀ ਹੈ। ਉਸੇ ਦਿਨ 26 ਜਨਵਰੀ ਵਾਲੇ ਦਿਨ ਨਵਰੀਤ ਸਿੰਘ ਦੀ ਮੌਤ ਹੋਈ ਸੀ। ਦਿੱਲੀ ਹਾਈ ਕੋਰਟ ਨੇ 26 ਜਨਵਰੀ ਵਾਲੇ ਦਿਨ ਜੋ ਟਰੈਕਟਰ ਪਰੇਡ ਦੇ ਦੌਰਾਨ ਟਰੈਕਟਰ ਪਲਟਿਆ, 25 ਵਰ੍ਹਿਆਂ ਦਾ ਨੌਜਵਾਨ ਕਿਸਾਨ ਨਵਰੀਤ ਸਿੰਘ ਪਿੰਡ ਡਿਬੜਵਾ, ਉਹਨਾਂ ਦੀ ਉਸ ਦਿਨ ਮੌਤ ਹੋਈ ਸੀ ਤੇ ਉਸ ਨੂੰ ਹੁਣ ਆਪਣੇ ਧਿਆਨ ਦੇ ਵਿੱਚ ਹਾਈ ਕੋਰਟ ਨੇ ਲਿਆ। ਅਸਲ ਦੇ ਵਿੱਚ ਅਦਾਲਤ ਨੇ ਇਸ ਘਟਨਾ ਦੇ ਸੰਬੰਧ ਵਿੱਚ ਅਦਾਲਤ ਦੀ ਨਿਗਰਾਨੀ ਦੇ ਵਿੱਚ ਇੱਕ ਸਿੱਟ ਦੀ ਜਿਹੜੀ ਜਾਂਚ ਦੀ ਮੰਗ ਉੱਠੀ ਸੀ, ਉਸ ਮੰਗ ਦੇ ਉੱਤੇ ਦਿੱਲੀ ਪੁਲਿਸ ਤੋਂ ਜਵਾਬ ਤਲਬ ਕੀਤਾ ਹੈ। ਨਵਰੀਤ ਸਿੰਘ ਦੇ ਪਰਿਵਾਰ ਭਾਵ ਉਹਨਾਂ ਦੇ ਦਾਦਾ ਜੀ ਨੇ ਇੱਕ ਪਟੀਸ਼ਨ ਪਾਈ ਸੀ। ਦਿੱਲੀ ਪੁਲਿਸ ਨੂੰ ਵਿਸਥਾਰ ਸਥਿਤੀ ਰਿਪੋਰਟ ਦਰਜ ਕਰਨ ਵਾਸਤੇ ਮਾਨਯੋਗ ਅਦਾਲਤ ਨੇ ਕਿਹਾ। ਜਸਟਿਸ ਜੋਗੇਸ਼ ਖੰਨਾ ਦੀ ਅਗਵਾਈ ਵਾਲੇ ਸਿੰਗਲ ਬੈਂਚ ਨੇ ਪਟੀਸ਼ਨ ਵਿੱਚ ਨੋਟਿਸ ਜਾਰੀ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ 26 ਫਰਵਰੀ ਨੂੰ ਸੂਚੀਬੱਧ ਕਰ ਦਿੱਤੀ ਹੈ। ਅਦਾਲਤ ਨੇ ਮ੍ਰਿਤਕ ਨੌਜਵਾਨ ਨਵਰੀਤ ਸਿੰਘ ਦੇ ਦਾਦਾ ਦੀ ਇੱਕ ਪਟੀਸ਼ਨ ਦੇ ਉੱਤੇ ਇਹ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਪੋਤੇ ਦੇ ਸਿਰ ਦੇ ਵਿੱਚ ਗੋਲੀ ਲੱਗਣ ਦੇ ਜ਼ਖਮ ਸੀ। ਪਟੀਸ਼ਨ ਦੇ ਵਿੱਚ ਨਵਰੀਤ ਦੇ ਦਾਦਾ ਜੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਤੇ ਕੋਈ ਭਰੋਸਾ ਨਹੀਂ ਕਿ ਦਿੱਲੀ ਪੁਲਿਸ ਉਹਨਾਂ ਦੇ ਪੋਤੇ ਦੀ ਮੌਤ ਦੀ ਨਿਰਪੱਖ ਅਤੇ ਇਮਾਨਦਾਰੀ ਨਾਲ ਜਾਂਚ ਕਰੇਗੀ। ਨਵਰੀਤ ਦੇ ਦਾਦਾ ਜੀ ਨੇ ਅਦਾਲਤ ਤੋਂ ਇਸ ਮਾਮਲੇ ਦੇ ਵਿੱਚ SIT ਗਠਿਤ ਕਰਨ ਅਤੇ ਉਸ ਦੀ ਫਿਰ ਜਾਂਚ ਨਿਗਰਾਨੀ ਦੀ ਮੰਗ ਕੀਤੀ ਅਤੇ ਸੀਨੀਅਰ ਵਕੀਲ ਵਰਿੰਡਾ ਗਰੋਵਰ ਨੇ ਨਵਰੀਤ ਦੇ 65 ਵਰ੍ਹਿਆਂ ਦੇ ਦਾਦਾ ਜੀ ਜਿਹੜੇ ਪਟੀਸ਼ਨ ਕਰਤਾ ਨੇ ਉਹਨਾਂ ਵੱਲੋਂ ਪਟੀਸ਼ਨ ਨੂੰ ਪੇਸ਼ ਕੀਤਾ, ਜਿਸ ਦੀ ਟਰੈਕਟਰ ਪਰੇਡ ਦੇ ਦੌਰਾਨ ਇੱਕ ਰੈਲੀ ਵਿੱਚ ਮੌਤ ਹੋਈ। ਉਹਨਾਂ ਨੇ ਇੱਕ ਅਖਬਾਰ ਦੀ ਰਿਪੋਰਟ ਦਾ ਹਵਾਲਾ ਵੀ ਦਿੱਤਾ ਅਤੇ ਕੁਝ ਪ੍ਰਤੱਖ ਦਰਸ਼ੀਆਂ ਦੀ ਖਬਰ ਦਾ ਹਵਾਲਾ ਵੀ ਦਿੱਤਾ ਕਿ ਉਸ ਨੂੰ ਪਹਿਲਾਂ ਗੋਲੀ ਲੱਗੀ ਤੇ ਬਾਅਦ ਦੇ ਵਿੱਚ ਸੱਟਾਂ ਲੱਗੀਆਂ, ਟਰੈਕਟਰ ਬਾਅਦ ਦੇ ਵਿੱਚ ਪਲਟਿਆ। ਹੁਣ ਵੇਖਦੇ ਹਾਂ ਕਿ ਇਹਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਅੱਗੇ ਚੱਲਦੀ ਹੈ। ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਨਵਰੀਤ ਦੀ ਮੌਤ ਗੋਲੀ ਲੱਗਣ ਕਾਰਨ ਹੋਈ, ਕਿਉਂਕਿ ਉਹਨਾਂ ਨੇ ਕੁਝ ਚਸ਼ਮਦੀਦਾਂ ਦਾ ਤੇ ਇੱਕ ਅਖਬਾਰ ਦਾ ਹਵਾਲਾ ਦਿੱਤਾ ਕਿ ਉਸ ਗੋਲੀ ਲੱਗਣ ਦੇ ਕਾਰਨ ਨਵਰੀਤ ਟਰੈਕਟਰ ਤੋਂ ਕੰਟਰੋਲ ਗਵਾ ਬੈਠਿਆ, ਬੈਰੀਕੇਡ ਨੂੰ ਤੋੜਦਾ ਹੋਇਆ ਫਿਰ ਟਰੈਕਟਰ ਆਖਰਕਾਰ ਪਲਟ ਗਿਆ। ਤੇ ਬਾਅਦ ਦੇ ਵਿੱਚ ਹੁਣ ਵੇਖਦੇ ਹਾਂ ਕਿ ਅਗਲੀਆਂ ਰਿਪੋਰਟਸ ਕੀ ਮਿਲਦੀਆਂ ਨੇ ਤੇ ਅਦਾਲਤ ਇਸ ਦੇ ਉੱਤੇ ਕਿਹੋ ਜਿਹਾ ਪੱਖ ਲੈਂਦੀ ਹੈ। ਅਗਲੀ ਮੰਦਭਾਗੀ ਖਬਰ ਹੈ, ਕਿਸਾਨੀ ਧਰਨੇ ਦੇ ਵਿੱਚ ਲੰਗਰ ਪਾਣੀ ਦੀ ਸੇਵਾ ਕਰਨ ਵਾਲੇ ਇੱਕ ਗ੍ਰੰਥੀ ਸਿੰਘ ਦੀ ਮੌਤ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੀ ਅਗਵਾਈ ਦੇ ਹੇਠ ਬਠਿੰਡਾ ਚੰਡੀਗੜ੍ਹ ਹਾਈਵੇ ਨੰਬਰ 7 ਤੇ ਸਥਿਤ ਕਾਲਾ ਝਾੜ ਟੋਲ ਪਲਾਜ਼ਾ ਦੇ ਉੱਤੇ ਇੱਕ ਧਰਨਾ ਚੱਲ ਰਿਹਾ ਹੈ। ਇਹਨਾਂ ਹੀ ਤਿੰਨੇ ਕਾਨੂੰਨਾਂ ਦੇ ਖਿਲਾਫ ਇਹ ਧਰਨਾ ਚੱਲ ਰਿਹਾ ਹੈ ਤੇ ਇਸ ਧਰਨੇ ਦੇ ਵਿੱਚ ਇਸ ਮੋਰਚੇ ਦੇ ਦੌਰਾਨ ਲੰਗਰ ਪਾਣੀ ਦੀ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਿੰਘ ਭਾਈ ਕਸ਼ਮੀਰ ਸਿੰਘ ਦੀ ਬਿਮਾਰ ਹੋਣ ਤੋਂ ਬਾਅਦ ਕੱਲ੍ਹ ਮੌਤ ਹੋ ਗਈ ਹੈ। ਜਥੇਬੰਦੀਆਂ ਦੇ ਆਗੂਆਂ ਨੇ ਭਾਈ ਸਾਹਿਬ ਦੀ ਮੌਤ ਦੇ ਉੱਤੇ ਜਿੱਥੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਦੱਸਿਆ ਜਾ ਰਿਹਾ ਹੈ ਕਿ ਭਾਈ ਕਸ਼ਮੀਰ ਸਿੰਘ ਬੀਤੇ ਲੰਬੇ ਸਮੇਂ ਤੋਂ ਟੋਲ ਪਲਾਜ਼ਾ ਕਾਲਾ ਝਾੜ ਦੇ ਵਿੱਚ ਲੰਗਰਾਂ ਦੀ ਸੇਵਾ ਕਰਦੇ ਆ ਰਹੇ ਸਨ ਅਤੇ ਬੀਤੀ 2 ਫਰਵਰੀ ਨੂੰ ਕਿਸਾਨਾਂ ਦੇ ਮੋਰਚੇ ਦੌਰਾਨ ਬਿਮਾਰ ਹੋ ਜਾਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਪਰ ਉਹ ਤੰਦਰੁਸਤ ਨਾ ਹੋ ਸਕੇ। ਆਖਰਕਾਰ ਮੌਤ ਨੂੰ ਗਲ ਨਾਲ ਲਾ ਗਏ ਹੈ। ਕਿਸਾਨ ਜਥੇਬੰਦੀਆਂ ਨੇ ਭਾਈ ਕਸ਼ਮੀਰ ਸਿੰਘ ਨੂੰ ਕਿਸਾਨੀ ਸੰਘਰਸ਼ ਦਾ ਸ਼ਹੀਦ ਐਲਾਨਦਿਆਂ ਪੰਜਾਬ ਸਰਕਾਰ ਤੋਂ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਜਾਣਕਾਰੀਆਂ ਪੁਖਤਾ ਲੱਗੀਆਂ ਨੇ ਤਾਂ ਕਿਰਪਾ ਕਰਕੇ ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜ਼ਰੂਰ ਛੱਡਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਧੰਨਵਾਦ।